ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 223 ਤੇ ਉੱਤੋਂ ਚੌਥੀ ਪੰਕਤੀ ਹੈ 2 ਨੰਬਰ ਤੋਂ ਬਾਅਦ। ਧਰਨ ਗਗਨ ਨਹ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ। ਇੱਕ ਹੁੰਦਾ ਨਹ, ਇੱਕ ਹੁੰਦਾ ਨਾ। ਨੰਨਾ ਹਾਹਿਰ ਸਿਆਰੀ ਨਹ, ਇਹ ਹਿੰਦੀ ਦਾ ਹੈ। ਨੰਨਾ ਹਾਹ ਨਾ, ਇਹ ਫਾਰਸੀ ਦਾ ਹੈ। ਆਕਾਸ਼ ਵਿੱਚ ਧਰਨ, ਧਰਤੀ ਤੇ, ਗਗਨ ਆਕਾਸ਼ ਤੇ, ਨਾ ਦੇਖੋ ਦੋਏ। ਮੈਨੂੰ ਪਰਮਾਤਮਾ ਤੋਂ ਬਿਨਾਂ ਦੂਜਾ ਦਿਸਦਾ ਹੀ ਨਹੀਂ। ਮੈਨੂੰ ਪਰਮਾਤਮਾ ਤੋਂ ਬਿਨਾਂ ਦੂਜਾ ਦਿਸਦਾ ਹੀ ਨਹੀਂ ਹੈ। ਨਾਰੀ ਪੁਰਖ ਸਬਾਈ ਲੋਏ। ਸਾਰੀਆਂ ਔਰਤਾਂ ਵਿੱਚ, ਸਾਰੇ ਬੰਦਿਆਂ ਵਿੱਚ ਅਤੇ ਸਾਰੀ ਸ੍ਰਿਸ਼ਟੀ 'ਤੇ, ਸਬਾਈ ਬਣੇ ਸਾਰੀ, ਲੋਏ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ 'ਤੇ ਮੈਨੂੰ ਪਰਮਾਤਮਾ ਹੀ ਦਿਸਦਾ ਹੈ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਫਿਰ ਬੜਾ ਕੁਝ ਦਿਸਦਾ ਹੈ। ਫਿਰ ਬਾਹਰਲੀ ਖਲੜੀ ਨਹੀਂ ਦਿਸਦੀ, ਜੋ ਅੰਦਰ ਹੈ ਉਹ ਦਿਸਣਾ ਸ਼ੁਰੂ ਹੁੰਦਾ ਹੈ। ਜਿਵੇਂ ਐਕਸਰੇ ਦੀਆਂ ਮਸ਼ੀਨਾਂ ਨੇ, ਅਲਟਰਾਸਾਊਂਡ ਦੀਆਂ ਨੇ, ਇਹ ਅੰਦਰ ਕੀ ਉਸ ਨੂੰ ਵੇਖਦੀਆਂ ਨੇ। ਇਸ ਤੋਂ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਤਾਂ ਇਨਸਾਨ ਦੇ ਅੰਦਰ ਕੀ ਉਹ ਦਿਸਦਾ ਹੈ, ਉਹ ਦਿਸਦਾ। ਜਿਵੇਂ ਸੰਤ ਸੀਤਲ ਸਿੰਘ ਮਹਾਰਾਜ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਇੱਕ ਬੀਬੀ ਉਹਨਾਂ ਕੋਲ ਆਈ, ਕਹਿੰਦੀ ਜੀ ਮੇਰਾ ਪੇਟ ਦਰਦ ਹੁੰਦਾ ਰਹਿੰਦਾ। ਮਹਾਂਪੁਰਖ ਨੇ ਅੱਧੇ 1 ਮਿੰਟ ਲੇਖਾ ਬੰਦ ਕੀਤੀ। ਕਹਿੰਦੇ ਬੀਬਾ ਤੁਹਾਡੇ ਪੇਟ 'ਤੇ ਇੱਕ ਕਾਲਾ ਦਾਗ ਦਿਖਾਈ ਦੇ ਰਿਹਾ ਹੈ। ਕਹਿੰਦੇ ਹਾਂ ਜੀ ਹੈ। ਕਹਿੰਦੇ ਉਹ ਕੈਂਸਰ ਹੈ, ਇਸ ਲਈ ਭਾਈ ਆਪਣਾ ਕੈਂਸਰ ਦਾ ਇਲਾਜ ਕਰੋ, ਇਸ ਕਰਕੇ ਪੇਟ ਦੁਖਦਾ ਹੈ। ਅੰਦਰ ਕੀ ਹੈ ਉਹ ਦਿਸਣਾ ਸ਼ੁਰੂ ਹੁੰਦਾ ਹੈ। ਹਰ ਇੱਕ ਦੇ 'ਚ ਪਰਮਾਤਮਾ ਵਸਦਾ ਹੈ, ਉਹ ਦਿਸਣਾ ਸ਼ੁਰੂ ਹੋ ਗਿਆ ਹੈ। ਆਪਾਂ ਨੂੰ ਸਭ ਦੇ 'ਚ ਪਰਮਾਤਮਾ ਵਸਦਾ ਇਸ ਲਈ ਨਹੀਂ ਦਿਸਦਾ ਕਿ ਸਾਨੂੰ ਬਾਹਰੋਂ ਸਰੀਰ ਦਿਸਦੇ ਨੇ, ਅੰਦਰੋਂ ਨਹੀਂ ਅੱਜ ਦਿਸਦਾ ਹੈ। ਇਸ ਕਰਕੇ ਜਿਨ੍ਹਾਂ ਦੀ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਹੁੰਦੀਆਂ ਨੇ ਉਹਨੂੰ ਅੰਦਰ ਦਿਸਦਾ ਹੈ। ਤਾਂ ਹੀ ਗੁਰੂ ਮਹਾਰਾਜ ਕਹਿੰਦੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਧਰਨ ਧਰਤੀ ਤੇ, ਗਗਨ ਆਕਾਸ਼ ਤੇ, ਮੈਨੂੰ ਦੂਜਾ ਕੋਈ ਦਿਸਦਾ ਹੀ ਨਹੀਂ। ਦੋਏ ਦੂਜਾ ਨਾ ਦੇਖੋ ਦੋਏ, ਮੈਨੂੰ ਦੂਜਾ ਕੋਈ ਦਿਸਦਾ ਹੀ ਨਹੀਂ। ਨਾਰੀ ਪੁਰਖ ਸਬਾਈ ਲੋਏ। ਸਾਰੀਆਂ ਨਾਰੀਆਂ ਵਿੱਚ, ਸਾਰੇ ਪੁਰਖਾਂ ਵਿੱਚ। ਜੇ ਪੁਰਖ ਖੱਖੇ ਨੂੰ ਔਂਕੜ ਹੁੰਦਾ ਫਿਰ ਆਪਾਂ ਪੜ੍ਹਦੇ ਨਾਰੀ ਅਤੇ ਉਹਦਾ ਪੁਰਖ ਇੱਕ ਵਚਨ ਹੋ ਜਾਣਾ ਸੀ। ਹੁਣ ਪੁਰਖ ਬਹੁਵਚਨ ਹੈ, ਇਸ ਲਈ ਅੱਗੇ ਨਾਰੀ ਵੀ ਬਹੁਵਚਨ ਹੋਵੇਗਾ। ਰਾਰੇ ਨੂੰ ਬਿਹਾਰੀ ਬਿੰਦੀ ਲਾਤੀ, ਬਹੁਵਚਨ ਹੋ ਗਿਆ। ਨਾਰੀ ਦਾ ਬਹੁਵਚਨ ਨਾਰੀ, ਨਾਰੀਆਂ, ਔਰਤਾਂ, ਪੁਰਖ ਬੰਦੇ, ਸਬਾਈ ਸਾਰੀ, ਲੋਏ ਸ੍ਰਿਸ਼ਟੀ। ਸਾਰੀਆਂ ਔਰਤਾਂ ਵਿੱਚ, ਸਭ ਬੰਦਿਆਂ 'ਚ, ਸਾਰੀ ਸ੍ਰਿਸ਼ਟੀ 'ਚ ਮੈਨੂੰ ਤਾਂ ਉਹੀ ਪਰਮਾਤਮਾ ਦਿਸਦਾ, ਹੋਰ ਕੋਈ ਦਿਸਦਾ ਨਹੀਂ। ਰਬ ਸਸ ਦੇਖੋ ਦੀਪਕ ਉਜਿਆਲਾ। ਆਪਾਂ ਭਾਵੇਂ ਰਬ ਨਾਉਨ ਹੋਣ ਕਰਕੇ ਵਾਵੇ ਨੂੰ ਸਿਆਰੀ ਨਹੀਂ ਬੋਲਦੇ। ਸਸ ਇਹ ਨਾਉਨ ਹੈ, ਚੰਦਰਮਾ, ਇਹ ਆਪਾਂ ਸਿਆਰੀ ਨਹੀਂ ਬੋਲਦੇ। ਪਰ ਗੁਰੂ ਮਹਾਰਾਜ ਨੇ ਸਪੈਲਿੰਗ ਹਿੰਦੀ ਵਾਲੇ ਰੱਖੇ ਹੋਏ ਨੇ, ਕਿਉਂਕਿ ਦੋਨੋਂ ਹਿੰਦੀ ਦੇ ਸ਼ਬਦ ਨੇ। ਹਿੰਦੀ ਕਹਿੰਦੇ ਨੇ ਰਵੀ, ਸੂਰਜ ਨੂੰ। ਚੰਦਰਮਾ ਕਹਿੰਦੇ ਸ਼ਸ਼ੀ। ਚੰਦਰਮਾ ਨੂੰ ਕੀ ਕਹਿੰਦੇ ਨੇ ਹਿੰਦੀ 'ਚ? ਸ਼ਸ਼ੀ। ਕਈ ਬੀਬੀਆਂ ਦੇ ਨਾਂ ਦਾ ਸ਼ਸ਼ੀ ਬਾਲਾ, ਚੰਦਰਮਾ ਦੀ ਪੁੱਤਰੀ। ਰਵ ਸੂਰਜ ਨੂੰ ਕਹਿੰਦੇ ਨੇ। ਸੂਰਜ ਨੂੰ ਇੰਗਲਿਸ਼ ਸੰਡੇ, ਸਨ ਕਹਿੰਦੇ ਨੇ। ਇੰਗਲਿਸ਼ ਵਾਲੇ ਕਹਿੰਦੇ ਨੇ ਸਨ, ਸੂਰਜ। ਸੰਡੇ ਸੂਰਜ ਦਾ ਦਿਨ। ਹਿੰਦੀ ਵਾਲੇ ਕਹਿੰਦੇ ਰਵੀਵਾਰ, ਸੂਰਜ ਦਾ ਦਿਨ ਹੈ ਉਸ ਦਿਨ। ਉਹ ਇੰਗਲਿਸ਼ ਕਹਿੰਦੇ ਸੰਡੇ, ਸਨ ਡੇ, ਸੂਰਜ ਦਾ ਦਿਨ।
ਤੇ ਹਿੰਦੀ ਵਾਲੇ ਕਹਿੰਦੇ ਰਵੀਵਾਰ, ਵਾਰ ਮੈਨੇ ਦਿਨ, ਰਵੀ ਮੈਨੇ ਸੂਰਜ, ਸੂਰਜ ਦਾ ਦਿਨ। ਸੋ ਸ਼ਬਦ ਹਿੰਦੀ ਦੇ ਹੁਣ ਕਿ ਸਪੈਲਿੰਗ ਹਿੰਦੀ ਵਾਲੇ ਨੇ, ਸਪੈਲਿੰਗ ਉਹੀ ਪਾਏ ਨੇ ਜੋ ਹਿੰਦੀ ਦੇ ਹਨ। ਪਰ ਗੁਰਬਾਣੀ ਦੇ ਨਿਯਮਾਂ ਅਨੁਸਾਰ, ਕਿਉਂਕਿ ਦੋਨੋਂ ਨਾਮ ਹਨ ਅਤੇ ਨਾਮ ਨਾਲ ਲੱਗੇ ਹੋਏ ਸਿਆਰੀ ਅਤੇ ਔਂਕੜ ਨਹੀਂ ਬੋਲਦੇ, ਇਸ ਲਈ ਆਪਾਂ ਪੜ੍ਹਦੇ ਹਾਂ ਰਵ ਸਸ। ਹੁਣ ਜਿਹੜੇ ਕਹਿੰਦੇ ਜਿਵੇਂ ਲਿਖੇ ਉਵੇਂ ਪੜ੍ਹੋ, ਫਿਰ ਤਾਂ ਪੜ੍ਹਨੇ ਰਵੀ ਸਸੀ ਪੜ੍ਹਨਗੇ। ਪੜ੍ਹਦੇ ਹੋ ਵੀ ਰਵ ਸਸ ਨੇ, ਅਤੇ ਉਹਨਾਂ ਨੇ ਕਹੋ ਤੁਸੀਂ ਤਾਂ ਕਹਿ ਰਹੇ ਜਿਵੇਂ ਲਿਖੇ ਉਵੇਂ ਪੜ੍ਹੋ, ਫਿਰ ਤੂੰ ਉਵੇਂ ਪੜ੍ਹੋ, ਫਿਰ ਉਹਨੇ ਰਵੀ ਸਸੀ ਪੜ੍ਹੋ। ਇਸ ਲਈ ਜਿਵੇਂ ਲਿਖਿਆ ਹੁੰਦਾ, ਕੋਈ ਵੀ ਜ਼ੁਬਾਨ ਉਸ ਤਰ੍ਹਾਂ ਨਹੀਂ ਪੜ੍ਹੀ ਜਾਂਦੀ। ਰਵ ਸਸ ਦੇਖੋ ਦੀਪਕ ਉਜਾਲਾ, ਉਜਾਲਾ ਚਾਨਣ ਨੂੰ ਕਹਿੰਦੇ, ਉਜਾਲਾ ਹਿੰਦੀ 'ਚ ਕਹਿੰਦੇ ਉਜਾਲਾ, ਆਪਾਂ ਚਾਨਣ ਕਹਿੰਦੇ, ਆਪਾਂ ਦੀਵਾ ਕਹਿੰਦੇ, ਹਿੰਦੀ ਵਾਲੇ ਦੀਪਕ ਕਹਿੰਦੇ। ਕਈ ਨਾਂ ਵੀ ਰੱਖਿਆ ਦੀਪਕ, ਦੀਪਕ ਕੁਮਾਰ, ਦੀਵੇ ਦਾ ਪੁੱਤਰ। ਮੈਂ ਸੂਰਜ ਵੇਖਦਾ ਹਾਂ, ਚੰਦਰਮਾ ਦੇਖਦਾ ਹਾਂ, ਜਿਹੜੇ ਦੋ ਦੀਵੇ ਨੇ ਉਜਾਲਾ ਜੋ ਚਾਨਣ ਕਰਦੇ ਹਨ। ਸਰਬ ਨਿਰੰਤਰ ਪ੍ਰੀਤਮ ਬਲ, ਉਹਨਾਂ ਦੇ ਵਿੱਚ ਕੌਣ ਹੈ? ਮੇਰਾ ਪਿਆਰਾ ਪਰਮਾਤਮਾ ਹੈ। ਕਹਿੰਦਾ ਮੇਰਾ ਪਿਆਰਾ ਪਰਮਾਤਮਾ ਉਹਨਾਂ ਦੇ ਵਿੱਚ ਵਸਦਾ ਹੈ। ਕਰ ਕਿਰਪਾ ਮੇਰਾ ਚਿਤ ਲਾਇਆ, ਸਤਿਗੁਰ ਮੋਹ ਕੋ ਏਕ ਬੁਝਾਇਆ। ਗੁਰੂ ਨੇ ਕਿਰਪਾ ਕੀਤੀ, ਮੇਰਾ ਚਿੱਤ ਪਰਮਾਤਮਾ ਦੇ ਨਾਮ ਨਾਲ ਜੋੜਤਾ, ਵੀ ਮਨ ਕਰਕੇ ਜਪਿਆ ਕਰ ਭਾਈ। ਆਪਾਂ ਨੂੰ ਗਿਆਨ ਤਾਂ ਹੈ ਮਨ ਕਰਕੇ ਨਾਮ ਜਪੋ, ਪਰ ਆਪਾਂ ਨੂੰ ਮਨ ਲੱਗਦਾ ਨਹੀਂ ਹੈ, ਕਿਉਂਕਿ ਗੁਰੂ ਦੀ ਕਿਰਪਾ ਨਹੀਂ ਹੈ। ਅਜੇ ਸਾਡੇ 'ਤੇ ਗੁਰੂ ਦੀ ਕਿਰਪਾ, ਠੀਕ ਹੈ, ਬਾਣੀ ਆ ਗਈ ਹੈ, ਬਾਣੀ ਆ ਗਈ ਹੈ, ਸ਼ੁੱਧ ਪੜ੍ਹਨੀ ਵੀ ਆ ਗਈ ਹੈ, ਪਰ ਅਜੇ ਗੁਰੂ ਦੀ ਕਿਰਪਾ ਨਹੀਂ ਹੋਈ, ਇਸ ਲਈ ਮਨ ਨਹੀਂ ਜੁੜਦਾ। ਕਦੇ ਕਿਤੇ ਗੇੜੇ ਜਲਾਉਂਦਾ ਰਹਿੰਦਾ ਹੈਗਾ। ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ, ਮਨ ਟਿਕ ਜਾਏਗਾ। ਫਿਰ ਤੁਸੀਂ ਬਾਣੀ ਪੜ੍ਹੋਗੇ, ਬੜੇ ਧਿਆਨ ਨਾਲ ਪੜ੍ਹੋਗੇ, ਸਿਮਰਨ ਕਰੋਗੇ, ਧਿਆਨ ਨਾਲ ਕਰੋਗੇ। ਸੰਸਾਰ 'ਚ ਧਿਆਨ ਦੀ ਮਹਾਨਤਾ ਹੈ, ਇਹ ਗੱਲ ਯਾਦ ਰੱਖਣੀ। ਅੱਜ ਮਨੁੱਖ ਬੇਧਿਆਨਾ ਹੈ, ਇਸ ਕਰਕੇ ਇੰਨੀਆਂ ਦੁਰਘਟਨਾਵਾਂ ਹੋ ਰਹੀਆਂ। ਐਕਸੀਡੈਂਟ ਹੋਣ ਦਾ ਕਾਰਨ ਹੈ ਦੋਨਾਂ ਪਾਰਟੀਆਂ 'ਚ ਇੱਕ ਬੇਧਿਆਨਾ ਹੋ ਗਿਆ ਹੈ, ਉਹ ਵਿੱਚ ਆ ਵੱਜੇ, ਆਪਣੀ ਵੀ ਲੱਤਾਂ ਬਾਹਾਂ ਟੁੱਟੀਆਂ, ਦੂਜੇ ਦੀਆਂ ਵੀ ਤੋੜੀਆਂ। ਕਿੱਡਾ ਵੱਡਾ ਪਾਪ ਹੈ। ਮੈਂ ਬੇਧਿਆਨਾ ਹੋ ਕੇ ਚਲਾ ਰਿਹਾ, ਕਿਤੇ ਮਗਰ ਜਾ ਕੇ ਲੱਤਾਂ 'ਚ ਮਾਰਦਾ, ਮੈਂ ਆਪਣਾ ਮੋਟਰਸਾਈਕਲ, ਅਗਲਾ ਡਿੱਗ ਪਿਆ, ਲੱਤ ਬਾਂਹ ਟੁੱਟ ਜਾਏਗੀ, ਉਹਦਾ ਕੋਈ ਕਸੂਰ ਨਹੀਂ, ਉਹਦਾ ਕਸੂਰ ਨਹੀਂ। ਇਹੋ ਜਿਹੇ ਪਾਪ ਕਿੰਨਾ ਸਮਾਂ ਮੁਆਫ ਹੀ ਨਹੀਂ ਹੁੰਦੇ। ਹਾਂ, ਉਹ ਮੁਕੱਦਮਾ ਚਲਾ ਦੇ, ਮੈਨੂੰ ਸਜ਼ਾ ਹੋ ਜਾਏ, ਫਿਰ ਠੀਕ ਹੈ, ਮੈਂ ਆਪਣੇ ਕਰਮ ਦੀ ਸਜ਼ਾ ਭੋਗ ਲਈ, ਨਹੀਂ ਤਾਂ ਪਾਪ ਕਰਮ 'ਤੇ ਖੜ੍ਹਾ ਹੈ। ਮੇਰੀ ਆਪਣੀ ਲੱਤਾਂ ਕਿਸੇ ਵੇਲੇ ਟੁੱਟਣਗੀਆਂ, ਕਿਸੇ ਚਾਹੇ ਆਪ ਡਿੱਗ ਕੇ ਟੁੱਟ ਪੈਣ। ਮੈਂ ਤੋੜੀਆਂ ਨੇ, ਮੇਰੀਆਂ ਟੁੱਟਣੀਆਂ ਹੀ ਟੁੱਟਣੀਆਂ ਨੇ, ਬਸ ਸਿੱਧਾ ਹਿਸਾਬ ਹੈ। ਜਾਏਗਾ ਕਿੱਥੇ? ਇਹ ਬੰਦਾ ਆਪਣੇ ਕਰਮਾਂ ਤੋਂ ਨਹੀਂ ਬਚ ਸਕਦਾ। ਬੇਧਿਆਨੇ ਹੋ ਕੇ ਲੱਤਾਂ ਦੂਜੇ ਤੋੜਦੀਆਂ, ਬੇਧਿਆਨੇ ਹੋ ਕੇ ਗੱਡੀ ਦੂਜੇ 'ਤੇ ਚੜ੍ਹਾਤੀ। ਦੱਸ, ਤਿੰਨ ਬੀਬੀਆਂ ਜਾ ਰਹੀ ਸਾਨੂੰ, ਤਾਂ ਸਿੰਘ ਮਗਰ ਟਰੱਕ ਚੜ੍ਹ ਗਏ। ਬੇਧਿਆਨੇ ਕਾਰਨ ਹੀ ਹੋਇਆ ਨਾ, ਜਾਂ ਜਾਣ ਬੁੱਝ ਕੇ ਕੀਤਾ, ਜਾਂ ਬੇਧਿਆਨੇ 'ਚ ਹੋ ਗਿਆ। ਕੋਈ ਟਰੱਕ ਵਾਲਾ ਨੀਂਦ ਵੀ ਆ ਜਾਂਦੀ ਹੈ, ਬੜਾ ਸਿਆਪਾ, ਦਿਨ ਰਾਤ ਚੱਲਦੇ ਰਹਿੰਦੇ। ਮੇਰਾ ਭਤੀਜਾ ਪਹਿਲਾਂ ਟਰੱਕ ਡਰਾਈਵਰ ਸੀ, ਕਹਿੰਦੇ ਅਸੀਂ ਸੁੱਕੀ ਜਿਹੜੀ ਸੀ ਨਾ ਪੱਤੀ ਕੋਲ ਰੱਖੀ, ਚਾਹ ਪੱਤੀ, ਦੇਖਿਆ ਵੀ ਨੀਂਦ ਆ ਰਹੀ ਹੈ। ਬੰਬੇ ਤੋਂ ਦਿੱਲੀ ਪਹੁੰਚਣਾ ਹੁੰਦਾ ਸੀ, ਸਾਨੂੰ 33 ਘੰਟੇ ਮਿਲੇ, 36 ਘੰਟੇ ਮਿਲੇ ਸਨ, ਵੀ ਟਰੱਕ ਤੁਹਾਡਾ 36 ਘੰਟੇ ਬੰਬੇ ਤੋਂ ਦਿੱਲੀ ਲੱਗਣਾ ਚਾਹੀਦਾ, ਫਿਰ ਤੁਹਾਨੂੰ ਪੂਰੀ ਤਨਖਾਹ ਮਿਲੇਗੀ, ਨਹੀਂ ਤਾਂ ਨਹੀਂ ਮਿਲਦੀ। ਜੇ ਤੁਸੀਂ 35 ਘੰਟੇ, ਜਾਂ ਅੱਜ ਤੋਂ 20-25 ਸਾਲ ਪਹਿਲਾਂ ਉਹਨੇ ਗੱਲ ਸੁਣਾਈ ਸੀ, ਉਹ ਕਹਿੰਦੇ ਜੇ ਤੁਸੀਂ 35 ਘੰਟਿਆਂ 'ਚ ਪਹੁੰਚੋਗੇ 36 ਥਾਂ 'ਤੇ, ਤੁਹਾਨੂੰ 100 ਰੁਪਇਆ ਐਕਸਟਰਾ ਦਿੱਤਾ ਜਾਏਗਾ। ਜੇ 34 ਘੰਟਿਆਂ 'ਚ ਪਹੁੰਚੋਗੇ ਤੁਹਾਨੂੰ 200 ਰੁਪਏ ਹੋਰ ਦਿੱਤੇ ਜਾਣਗੇ। ਜੇ ਤੁਸੀਂ 33 ਘੰਟਿਆਂ 'ਚ ਪਹੁੰਚੋ ਤੁਹਾਨੂੰ 300 ਦਿੱਤੇ ਜਾਣਗੇ। ਜੇ ਤੁਸੀਂ 32 ਘੰਟਿਆਂ 'ਚ ਪਹੁੰਚਣਾ, ਤੁਹਾਡੀ ਨੌਕਰੀ ਟੁੱਟ ਜਾਏਗੀ। ਵੀ ਇਹਦਾ ਮਤਲਬ ਤੁਸੀਂ ਆਪ ਵੀ ਮਰੋਗੇ ਅਤੇ ਲੋਕਾਂ ਨੂੰ ਵੀ ਮਾਰੋਗੇ, ਇੰਨੀ ਸਪੀਡ ਨਾਲ ਆ ਰਹੇ ਹੋ। ਕਹਿੰਦੇ ਇਸ ਲਈ ਚੱਲ ਸੋ ਚੱਲ ਹੁੰਦੀ ਸੀ,
ਸੋ ਨੀਂਦ ਆਣੀ ਹੈ, ਇਸ ਲਈ ਪੱਤੀ ਹੋਈ ਚੱਬੀ ਜਾਣੀ ਬਸ। ਚਾਹ ਕਿੱਥੇ ਪੀਣੀ ਹੈ, ਉਹ ਤਾਂ ਟਾਈਮ ਹੀ ਨਹੀਂ ਚਾਹ ਪੀਣ ਦਾ। ਕਹਿੰਦੇ ਪੱਤੀ ਦਾ ਫੱਕਾ ਮਾਰਨਾ, ਉਹੀ ਚੱਬੀ ਜਾਣੀ ਮੂੰਹ 'ਚ, ਉਹਦੇ ਨਸ਼ਾ 'ਚ ਹੋ ਜਾਣਾ, ਲੱਗੇ ਰਹਿਣ। ਸੋ ਗੁਰੂ ਮਹਾਰਾਜ ਕਹਿੰਦੇ ਕਰ ਕਿਰਪਾ ਮੇਰਾ ਚਿੱਤ ਲਾਇਆ। ਗੁਰੂ ਨੇ ਕੀਤੀ ਕਿਰਪਾ, ਮੇਰਾ ਚਿੱਤ ਨਾਮ ਦੇ ਵਿੱਚ ਜੁੜ ਗਿਆ ਹੈ। ਸਤਿਗੁਰ ਮੋਕੋ ਏਕ ਬੁਝਾਇਆ। ਗੁਰੂ ਨੇ ਮੈਨੂੰ ਇੱਕ ਪਰਮਾਤਮਾ ਬਾਰੇ ਸੋਝੀ ਬਖਸ਼ੀ। ਜਦੋਂ ਸਾਡਾ ਚਿੱਤ ਲੱਗੇਗਾ ਨਾ ਬਾਣੀ ਪੜ੍ਹਨ 'ਚ ਦੇ ਸਿਮਰਨ ਦੇ ਵਿੱਚ, ਇੱਕ ਸਮਾਂ ਆਏਗਾ ਸਾਡੀ ਵੈਸੇ ਹੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਣੀ ਹੈ। ਉਂਝ ਨਹੀਂ ਦਿਵ ਦ੍ਰਿਸ਼ਟੀ ਖੁੱਲ੍ਹਦੀ। ਕਿਸੇ ਅੱਜ ਤੱਕ ਬੇਧਿਆਨੇ ਦੀ ਬੰਦੇ ਦੀ ਦਿਵ ਦ੍ਰਿਸ਼ਟੀਆਂ ਨਹੀਂ ਖੁੱਲ੍ਹੀਆਂ। ਬੜੇ ਧਿਆਨ ਨਾਲ ਜੇ ਤੁਸੀਂ ਬਾਣੀ ਪੜ੍ਹਦੇ ਹੋ, ਤੁਹਾਨੂੰ ਆਲਾ ਦੁਆਲਾ ਹੀ ਭੁੱਲ ਜਾਏ ਵੀ ਮੈਂ ਕਿੱਥੇ ਬੈਠਾ ਅਤੇ ਕਦੋਂ ਦਾ ਬੈਠਾ। ਦਿਨ ਹੋ ਗਿਆ ਕਿ ਰਾਤ ਹੋ ਗਈ ਹੈ, ਭੁੱਲ ਭੁਲਾ ਜਾਵੇ, ਇਹ ਤਾਂ ਮਤਲਬ ਹੁਣ ਤੁਹਾਡਾ ਮਨ ਲੱਗਾ ਹੋਇਆ ਹੈ। ਫਿਰ ਕਿਸੇ ਵੇਲੇ ਵੀ ਕਿਰਪਾ ਹੋ ਸਕਦੀ ਹੈ। ਮੈਂ ਕਿਰਪਾ ਦੇ ਬਿਲਕੁਲ 1 ਸਾਲ ਨਜ਼ਦੀਕ ਪਹੁੰਚ ਗਿਆ ਸੀ। ਕਿਸੇ ਵੇਲੇ ਵੀ ਹੋ ਸਕਦੀ ਸੀ। ਜਿਵੇਂ ਰਜਨੀਸ਼ ਓਸ਼ੋ ਲਿਖਦੇ ਨੇ, ਕਹਿੰਦੇ ਮੈਂ ਕਿਸੇ ਪਿਛਲੇ ਜਨਮ 'ਚ ਸਮਾਧੀ 'ਚ ਬੈਠਾ ਸੀ, ਸਿਰਫ 15 ਮਿੰਟ ਰਹਿ ਗਏ ਸੀ ਪਰਮਾਤਮਾ ਦੀ ਪ੍ਰਾਪਤੀ ਵਿੱਚ। ਇੱਕ ਬੰਦਾ ਮੇਰਾ ਗਾਲੀ ਵੜਤਾ ਉਸ ਵਿੱਚ, ਮੈਨੂੰ 15 ਮਿੰਟਾਂ ਲਈ ਦੁਬਾਰਾ ਜਨਮ ਲੈਣਾ ਪਿਆ। ਕਹਿੰਦੇ ਅਗਰ 15 ਮਿੰਟ ਮੈਂ ਹੋਰ ਨਾ ਮਰਦਾ, ਮੈਨੂੰ ਦੁਬਾਰਾ ਜਨਮ ਲੈਣ ਦੀ ਲੋੜ ਨਹੀਂ ਸੀ ਪੈਣੀ, ਅਧੂਰਾ ਰਹਿ ਗਿਆ ਸੀ, ਜਨਮ ਲੈਣਾ ਪੈ ਗਿਆ। ਇਹੀ ਕਾਰਨ ਹੈ ਕਿ ਉਹ 16 ਸਾਲਾਂ ਦਾ ਸੀ ਅਤੇ ਯੂਨੀਵਰਸਿਟੀ ਦੇ ਫਿਲਾਸਫੀ ਦਾ ਪ੍ਰੋਫੈਸਰ ਲੱਗਿਆ ਸੀ, ਸਿਰਫ 16 ਸਾਲ ਦਾ। ਇੰਨਾ ਇੰਟੈਲੀਜੈਂਟ ਸੰਸਾਰ ਦਾ ਹੋਇਆ ਰਜਨੀਸ਼ ਓਸ਼ੋ, ਪਰ ਕਿਉਂਕਿ ਸਿੱਧਾ ਹੀ ਚੱਲਦਾ ਸੀ, ਇਸ ਲਈ ਸਰਕਾਰਾਂ ਕੀ ਲੋਕ ਉਹਦੇ ਵਿਰੁੱਧ ਹੋਏ ਸਨ। ਉਹ ਸਿੱਧਾ ਹੀ ਚੱਲਦਾ ਸੀ। ਹਰਿਮੰਦਰ ਸਾਹਿਬ ਮੱਥਾ ਟੇਕਣ ਆ ਗਿਆ, ਪ੍ਰਬੰਧਕ ਕਹਿੰਦੇ ਜੀ ਸਿਰ ਟਕੋ। ਕਹਿੰਦੇ ਹੈ ਕਮਲੇ, ਸਿਰ ਕਿਉਂ ਟਕਣਾ? ਪਰਮਾਤਮਾ ਨੇ ਮੈਨੂੰ ਨੰਗੇ ਸਿਰ ਨਾਲ ਪੈਦਾ ਕੀਤਾ। ਕਹਿੰਦੇ ਕਿੱਥੇ ਲਿਖਿਆ ਸਿਰ ਢੱਕਣੇ ਵੀ? ਮੈਂ ਤੁਹਾਡਾ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਤੇ ਇਹਨੂੰ ਗੁਰੂ ਕਹਿੰਦੇ ਤੁਸੀਂ? ਕਿਤੇ ਨਹੀਂ ਗੁਰੂ ਗ੍ਰੰਥ ਲਿਖਿਆ ਸਿਰ ਢੱਕੋ ਜੀ, ਕਿਤੇ ਨਹੀਂ ਲਿਖਿਆ। ਦਿਖਾ ਦਿਓ ਮੈਨੂੰ। ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਗੁਰੂ ਮੰਨਦੇ ਹੋ ਨਾ, ਬਾਕੀ ਦੀ ਤੁਸੀਂ ਗੱਲ ਛੱਡੋ, ਮੈਨੂੰ ਦਿਖਾ ਦਿਓ ਕਿੱਥੇ ਲਿਖਿਆ ਹੋਇਆ ਹੈ, ਮੈਂ ਢੱਕ ਲੈਂਦਾ ਹੁਣੇ, ਨਹੀਂ ਤਾਂ ਮੈਂ ਨਹੀਂ ਢੱਕਦਾ। ਉਹ ਕਹਿੰਦੇ ਅਸੀਂ ਨਹੀਂ, ਫਿਰ ਤੈਨੂੰ ਅੰਦਰ ਮੱਥਾ ਟੇਕ ਨਾ ਟੇਕਣ ਦਿਓ, ਫਿਰ ਚਲੇ ਜਾਣਾ। ਇਸ ਲਈ ਲੋਕ ਉਹਦੇ ਵਿਰੋਧੀ ਹੋ ਜਾਂਦੇ, ਸਿੱਧੇ ਚੱਲਦਾ ਸੀ ਉਹ। ਜੀ 600 ਕਿਤਾਬਾਂ ਉਸਨੇ ਲਿਖੀਆਂ, ਇੱਕ ਅੱਧੀ ਨਹੀਂ, ਸੈਂਕੜੇ ਕਿਤਾਬਾਂ ਲਿਖੀਆਂ ਉਸ ਬੰਦੇ ਨੇ। 5-7 ਦੀ ਕਿਤਾਬਾਂ ਮੈਂ ਪੜ੍ਹੀਆਂ ਹੋਈਆਂ ਹਨ। ਉਹਦੀ ਕਿਤਾਬ ਨੇ ਬੜੇ ਧਿਆਨ ਨਾਲ ਪੜ੍ਹਨਾ ਪੈਂਦਾ, ਰਤੇ ਬੇਤੈਨ ਸਮਝ ਨਹੀਂ ਆਉਂਦੀ। ਫਿਲਾਸਫੀ ਹੈ ਨਾ, ਫਿਰ ਫਿਲਾਸਫਰ ਫਿਰ ਥੋੜ੍ਹੀ ਉਚਾਈ ਤੋਂ ਗੱਲ ਕਰਦਾ ਹੁੰਦਾ ਨਾ। 16 ਸਾਲ ਦੀ ਉਮਰ 'ਚ ਪ੍ਰੋਫੈਸਰ ਲੱਗ ਜਾਣਾ, ਜੇ ਕਿ 16 ਸਾਲ ਦੀ ਉਮਰ ਦਾ ਬੱਚਾ ਮੈਟ੍ਰਿਕ ਕਰਦਾ ਹੈ, ਮੈਟ੍ਰਿਕ ਕਰਦਾ, ਔਰ ਫਿਰ ਪ੍ਰੋਫੈਸਰ ਵੀ ਯੂਨੀਵਰਸਿਟੀ ਮੱਧ ਪ੍ਰਦੇਸ਼ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਲੱਗਾ ਹੋ। ਫਿਰ ਬੰਦਾ ਇੰਟੈਲੀਜੈਂਟ ਸੀ ਨਾ ਬੰਦਾ। ਸੋ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਮੋਹ ਕੋ ਏਕ ਬੁਝਾਇਆ। ਪਰਮਾਤਮਾ ਨੇ ਮੈਨੂੰ ਇੱਕ ਪਰਮਾਤਮਾ ਦੀ ਸੋਝੀ ਬਖਸ਼ਦੇ ਹਨ, ਕਿਉਂਕਿ ਸੋਝੀ ਹੋਣਾ ਜ਼ਰੂਰੀ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਚਿੱਤ ਨਾਮ ਨਾਲ ਜੁੜਦਾ ਹੈ, ਅਤੇ ਜਦੋਂ ਚਿੱਤ ਨਾਮ ਨਾਲ ਜੁੜਦਾ ਫਿਰ ਗੁਰੂ ਕਿਰਪਾ ਕਰਦਾ, ਪਰਮਾਤਮਾ ਬਾਰੇ ਗਿਆਨ ਕਰਾਉਂਦਾ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਕਰ ਕਿਰਪਾ ਮੇਰਾ ਚਿੱਤ ਲਾਇਆ, ਕਰ ਕਿਰਪਾ ਮੇਰਾ ਚਿੱਤ ਲਾਇਆ, ਕਰ ਕਿਰਪਾ ਮੇਰਾ ਚਿੱਤ ਲਾਇਆ। ਸਤਿਗੁਰ ਮੋਹ ਕੋ ਏਕ ਬੁਝਾਇਆ, ਸਤਿਗੁਰ ਮੋਹ ਕੋ ਏਕ ਬੁਝਾਇਆ, ਸਤਿਗੁਰ
ਤਾਂ ਹੀ ਕਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਗੁਰੂ ਨੇ ਕਿਰਪਾ ਕਰਤੀ, ਪਹਿਲਾਂ ਨਾਮ ਨਾਲ ਜੋੜਤਾ ਹੈ, ਫਿਰ ਪਰਮਾਤਮਾ ਦੇ ਦਰਸ਼ਨ ਕਰਾਤੇ। ਏਕ ਨਿਰੰਜਨ ਗੁਰਮੁਖ ਜਤ, ਗੁਰੂ ਦੇ ਰਾਹੀਂ ਉਹ ਪਰਮਾਤਮਾ ਜੋ ਨਿਰੰਜਨ ਹੈ, ਨਿਰਅੰਜਨ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ, ਉਹ ਪਰਮਾਤਮਾ ਨੇ ਮੈਨੂੰ ਗੁਰੂ ਏਕ ਨਿਰੰਜਨ ਗੁਰਮੁਖ ਜਤ, ਗੁਰੂ ਰਾਹੀਂ ਮੈਂ ਉਸ ਪਰਮਾਤਮਾ ਨੂੰ ਜਾਣ ਲਿਆ ਹੈ। ਦੂਜਾ ਮਾਰ ਸ਼ਬਦ ਪਛਤ, ਦੂਜਾ ਆਪਣੇ ਦਾ ਦਵੈਤ ਭਾਵ। ਦਵੈਤ ਦੋ ਜਦੋਂ ਵਿਚਾਰ ਚੱਲਦੇ ਨੇ ਮਨੁੱਖ ਦੇ ਅੰਦਰ, ਇੱਕ ਮਾਇਆ ਦਾ ਵਿਚਾਰ ਚੱਲ ਰਿਹਾ ਹੈ, ਇੱਕ ਪਰਮਾਤਮਾ ਦਾ ਵਿਚਾਰ ਚੱਲ ਰਿਹਾ ਹੈ, ਉਹ ਤੇ ਦਵੈਤ ਹੈ ਵੀ ਮਾਇਆ ਹੋਰ ਚੀਜ਼ ਹੈ, ਪਰਮਾਤਮਾ ਹੋਰ ਚੀਜ਼ ਹੈ। ਜੋ ਪਰਮਾਤਮਾ ਨੇ ਬਣਾਇਆ ਬਸ ਉਹ ਪਰਮਾਤਮਾ ਦਾ ਹੀ ਰੂਪ ਹੈ, ਉਹ ਕੋਈ ਵੱਖਰਾ ਨਹੀਂ ਹੈ ਪਰਮਾਤਮਾ ਦਾ। ਆਪਾਂ ਪਰਮਾਤਮਾ ਦੇ ਵੱਖਰੇ ਨਹੀਂ ਹਾਂ, ਹੈ ਉਹਦੇ ਹੀ ਰੂਪ ਹਾਂ, ਪਰ ਸਾਡੇ ਅੰਦਰ ਦਵੈਤ ਭਾਵਨਾ ਹੁਣ ਕਰ ਅਸੀਂ ਸਮਝਦੇ ਪਰਮਾਤਮਾ ਕੋਈ ਹੋਰ ਹੈ ਤੇ ਅਸੀਂ ਕੋਈ ਹੋਰ ਹਾਂ। ਏਕ ਨਿਰੰਜਨ ਗੁਰਮੁਖ ਜਤ, ਗੁਰੂ ਰਾਹੀਂ ਜਿਹੜਾ ਪਰਮਾਤਮਾ ਹੈ ਉਸ ਨੂੰ ਜਾਣ ਲਿਆ। ਦੂਜਾ ਮਾਰ ਸ਼ਬਦ ਪਛਤ, ਕਿਵੇਂ ਜਾਣਿਆ ਉਸ ਨੂੰ? ਅੰਦਰ ਦਵੈਤ ਭਾਵਨਾ ਖਤਮ ਕੀਤੀ, ਮਾਇਆ ਦਾ ਮੋਹ ਛੱਡਿਆ, ਸ਼ਬਦ ਪਛਤ ਨਾਮ ਦੇ ਰਾਹੀਂ ਪਰਮਾਤਮਾ ਨੂੰ ਜਾਣ ਲਿਆ। ਏਕੋ ਹੁਕਮ ਵਰਤੈ ਸਭ ਲੋਈ, ਸਾਰੇ ਸੰਸਾਰ ਵਿੱਚ ਲੋਈ ਸੰਸਾਰ ਸਾਰੀ ਸ੍ਰਿਸ਼ਟੀ ਇੱਕ ਪਰਮਾਤਮਾ ਦੇ ਹੁਕਮ ਹੀ ਵਰਤ ਰਿਹਾ ਹੈ। ਜੋ ਉਹਦਾ ਹੁਕਮ ਹੈ ਸਾਰਾ ਸੰਸਾਰ ਉਸੇ ਤਰ੍ਹਾਂ ਹੀ ਕਰ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੋ ਵੀ ਕੋਈ ਇਨਸਾਨ ਕੁਝ ਕਰ ਰਿਹਾ ਉਹਦੇ ਹੁਕਮ 'ਚ ਕਰ ਰਿਹਾ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਹੈ। ਉਂਝ ਆਪਾਂ ਨੂੰ ਲੱਗਦਾ ਪਰਮਾਤਮਾ ਕਹਿੰਦੇ ਚੋਰੀਆਂ ਨਾ ਕਰੇ, ਮਨੁੱਖ ਚੋਰੀਆਂ ਕਰ ਰਿਹਾ ਹੈ, ਵੀ ਇਹ ਤਾਂ ਉਹਦੇ ਹੁਕਮ 'ਚ ਨਹੀਂ ਹੈ। ਉਹਦੇ ਹੁਕਮ 'ਚ ਹੀ ਉਹ ਚੋਰੀਆਂ ਕਰ ਰਿਹਾ ਹੈ। ਉਂਝ ਉਹ ਕਿੱਥੇ ਚੋਰੀ ਕਰ ਸਕਦਾ ਹੈ? ਜੋ ਕੁਛ ਵੀ ਹੋ ਰਿਹਾ ਧਰਮ ਕਹਿੰਦਾ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ ਹੈ। ਏਕੋ ਹੁਕਮ ਵਰਤੈ ਸਭ ਲੋਈ, ਸਾਰੇ ਸੰਸਾਰ 'ਤੇ ਉਸ ਇੱਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ। ਏਕਸ ਤੇ ਸਭ ਓਪਤ ਹੋਈ, ਓਪਤ ਉਤਪਤੀ ਪੈਦਾਇਸ਼, ਇੱਕ ਪਰਮਾਤਮਾ ਤੋਂ ਸਭ ਕੁਛ ਪੈਦਾ ਹੋਇਆ ਹੈ, ਕਿਉਂਕਿ ਬਣਾਈ ਸਭ ਕੁਛ ਉਹਨੇ। ਪਹਿਲਾਂ ਇਕੱਲੇ ਹੀ ਸੀ, ਕਿੰਨੇ ਸਮਾਂ ਇਕੱਲਾ ਹੀ ਰਿਹਾ ਉਹ, ਬੜਾ ਸਮਾਂ ਉਹ ਇਕੱਲਾ ਰਿਹਾ। ਫਿਰ ਉਹਨੇ ਜਿਹੜਾ ਹੈ ਇਹ ਸ੍ਰਿਸ਼ਟੀ ਰਚੀ, ਫਿਰ ਸ੍ਰਿਸ਼ਟੀ ਰਚੀ, ਫਿਰ ਜੋ ਉਹਨੇ ਬਣਾਇਆ, ਜੋ ਉਹਨੇ ਰਚਿਆ ਉਸ ਦੇ ਵਿੱਚ ਆਪ ਬਿਰਾਜਮਾਨ ਹੋ ਗਏ। ਪਹਾੜ ਬਣਾਇਆ, ਪਹਾੜ ਦੇ ਵਿੱਚ ਪਰਮਾਤਮਾ ਹੈ। ਨਦੀਆਂ ਦਰਿਆ ਬਣਾਏ, ਉਸ 'ਚ ਪਰਮਾਤਮਾ ਹੈ। ਸਮੁੰਦਰ ਦੇ ਵਿੱਚ ਪਰਮਾਤਮਾ ਹੈ, ਜੰਗਲਾਂ ਦੇ ਵਿੱਚ ਪਰਮਾਤਮਾ ਹੈ, ਪਸ਼ੂ ਪੰਛੀ ਮਨੁੱਖਾਂ 'ਚ ਪਰਮਾਤਮਾ ਹੈ। ਜੋ ਕੁਛ ਵੀ ਉਸਨੇ ਬਣਾਇਆ ਉਹਦੇ ਵਿੱਚ ਪਰਮਾਤਮਾ ਬੈਠਾ ਹੈ। ਇਸੇ ਲਈ ਸੰਸਾਰ ਦੀ ਕੋਈ ਵੀ ਚੀਜ਼ ਬੇਜਾਨ ਨਹੀਂ ਹੈ। ਧਰਮ ਕਹਿੰਦਾ ਕੁਝ ਵੀ ਬੇਜਾਨ ਨਹੀਂ ਹੈ, ਹਰ ਇੱਕ ਚੀਜ਼ ਜਾਣਦਾਰ ਹੈ। VC ਰਮਨ ਬੜਾ ਵੱਡਾ ਹਿੰਦੁਸਤਾਨ ਦਾ ਸਾਇੰਸਦਾਨ ਹੋਇਆ, CV ਰਮਨ, ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਹੈ। ਉਹਨੇ ਕਿਹਾ ਮਿੱਟੀ 'ਚ ਵੀ ਜਾਨ ਹੁੰਦੀ ਹੈ, ਮਿੱਟੀ ਬੇਜਾਨ ਨਹੀਂ ਹੈ, ਮਿੱਟੀ ਜਾਨ ਹੁੰਦੀ ਹੈ। ਬੇਜਾਨ ਚੀਜ਼ ਦੇ ਵਿੱਚ ਤਾਂ ਕੋਈ ਪੈਦਾ ਹੀ ਨਹੀਂ ਹੋ ਸਕਦਾ। ਜੇ ਮਿੱਟੀ ਬੇਜਾਨ ਹੁੰਦੀ ਇਹ 'ਚ ਪੈਦਾ ਹੀ ਕੁਛ ਨਹੀਂ ਸੀ ਹੋ ਸਕਣਾ। ਉਹ ਕਹਿੰਦਾ ਦਰਖਤ ਜਿਹੜੇ ਨੇ ਇਹ ਦੁੱਖ ਸੁੱਖ ਮਹਿਸੂਸ ਕਰਦੇ ਨੇ, ਜਦ ਤੁਸੀਂ ਵੱਢਦੇ ਹੋ ਦਰਖਤ ਰੋਂਦੇ ਨੇ ਵੀ ਸਾਨੂੰ ਵੱਢਿਆ ਜਾ ਰਿਹਾ ਹੈ। ਇਹ ਦੁੱਖ ਸੁੱਖ ਮਹਿਸੂਸ ਕਰਦੇ ਨੇ, ਇਹ ਖੁਸ਼ੀ ਗਮੀ ਮਹਿਸੂਸ ਕਰਦੇ ਨੇ। ਉਹਨੇ ਸਿੱਧ ਕੀਤਾ ਕਿ ਇੱਥੋਂ ਤੱਕ ਤੁਹਾਡੀ ਜਿਹੜੀ ਫਸਲ ਹੈ ਇਸ ਨੂੰ ਪਤਾ ਮੇਰਾ ਮਾਲਕ ਕੌਣ ਹੈ, ਨੌਕਰ ਕੌਣ ਹੈ। ਮਾਲਕ ਖੇਤ ਜਾਂਦਾ ਫਸਲ ਖੁਸ਼ ਹੋ ਜਾਂਦੀ ਹੈ, ਨੌਕਰ ਖੇਤ ਜਾਂਦਾ ਫਸਲ ਖੁਸ਼ ਨਹੀਂ ਹੁੰਦੇ ਵੀ ਮੇਰਾ ਮਾਲਕ ਤੇ ਆਇਆ ਹੀ ਨਹੀਂ। ਕਹਿੰਦੇ ਜੇ ਤੁਸੀਂ ਚਾਹੁੰਦੇ ਤੁਹਾਡੀ ਫਸਲ ਦਾ ਝਾੜ ਅੱਛਾ ਆਵੇ, ਜ਼ਰੂਰ ਖੇਤ 'ਤੇ ਗੇੜਾ ਮਾਰਿਆ ਕਰੋ, ਤੁਹਾਡਾ ਖੇਤ ਖੁਸ਼ ਹੁੰਦਾ ਹੈ।
ਪਸ਼ੂ ਵੀ ਮਾਲਕ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਧੀ ਪੁੱਤਰ ਜਿਹੜੀ ਨੌਕਰਾਣੀ ਰੱਖੀ ਹੈ, ਉਹ ਭਾਵੇਂ ਕਿੰਨੇ ਚੰਗੀ ਤਰ੍ਹਾਂ ਤੁਹਾਡੇ ਬੱਚੇ ਨੂੰ ਪਾਲੇ, ਕਿੰਨੇ ਹੀ ਪਿਆਰ ਕਰੇ, ਪਰ ਨਹੀਂ, ਜਦੋਂ ਮਾਂ ਪਿਓ ਹੁੰਦੇ ਨੇ, ਬੱਚਾ ਉਹਦੇ ਹੱਥਾਂ 'ਚ ਨਿਕਲ ਕੇ ਉੱਧਰ ਨੂੰ ਭੱਜਦਾ ਹੈਗਾ। ਉਹਨੂੰ ਗਿਆਨ ਹੈ, ਛੋਟੇ ਜਿਹੇ ਬੱਚੇ ਨੂੰ ਗਿਆਨ ਹੈ ਕਿ ਇਹ ਮੇਰੀ ਮਾਂ, ਇਹ ਮੇਰਾ ਬਾਪ। ਅਸਲ 'ਚ ਇਹ ਨਹੀਂ, ਇਹ ਤਾਂ ਐਵੇਂ ਹੀ ਹੈ। ਬਾਣੀ, ਫਸਲ ਬਾਣੀ ਸੁਣਦੀ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਝਾੜ ਜ਼ਿਆਦਾ ਹੋਵੇ, ਖੇਤ 'ਚ ਬੈਠ ਕੇ ਪਾਠ ਕਰਿਆ ਕਰੋ, ਵੱਟਾਂ 'ਤੇ ਸੈਰ ਕਰੋ, ਨਾਲੇ ਕੋਈ ਸਿਮਰਨ ਕਰੋ, ਕੋਈ ਪਾਠ ਕਰੋ, ਤੁਹਾਡੀ ਫਸਲ ਪਹਿਲਾਂ ਨਾਲੋਂ ਜ਼ਿਆਦਾ ਹੋਵੇਗੀ। ਮੈਂ ਤਜਰਬਾ ਕੀਤਾ ਹੋਇਆ ਇਸ ਗੱਲ ਦਾ। ਹਿਸਾਰ ਦਾ ਬੰਦਾ ਇਸ ਗੱਲ ਦਾ ਗਵਾਹ ਹੈ। ਉਹ ਮੇਰੇ ਕੋਲ ਆਇਆ, ਕਹਿੰਦੇ ਬਾਬਾ ਜੀ ਮੇਰੀ ਫਸਲ ਦਾ ਝਾੜ ਘੱਟ ਹੁੰਦਾ ਹੈ। ਅੱਛਾ, ਕਿੰਨੇ ਦੀ ਫਸਲ ਐਤਕੀ ਵੇਚੀ ਜੀਰੀ ਹੈ ਪਤਾ? ਕਹਿੰਦਾ ਹਾਂਜੀ ਸਾਰਾ ਪਤਾ, ਇੰਨੇ ਦੀ ਵੇਚੀ ਹੈ। ਮੈਂ ਤੈਨੂੰ ਪਾੜ ਦਿੰਦਾ, ਤੂੰ ਪਾਠ ਕਰੀ, ਪਰ ਇੱਕ ਸ਼ਰਤ, ਪਹਿਲਾਂ ਨਾਲੋਂ ਜਿੰਨੀ ਤੇਰੀ ਜ਼ਿਆਦਾ ਜੀਰੀ ਹੋਵੇ ਉਹਦਾ ਦਸਵੰਧ ਇੱਥੇ ਮੈਨੂੰ ਦੇਖ ਕੇ ਜਾਣਾ ਗੁਰਦੁਆਰੇ ਨੂੰ। ਕਹਿੰਦਾ ਮਨਜ਼ੂਰ ਹੈ ਜੀ, ਮਨਜ਼ੂਰ ਹੈ। ਉਹ ਜਿੰਨੇ ਕਿੱਲੇ ਪਿਛਲੇ ਸਾਲ ਜੀਰੀ ਬੀਜੀ, ਉਹਨੇ ਕਿੱਲੇ ਉਸਨੇ ਉਸ ਸਾਲ ਬੀਜੀ। ਹਰ ਰੋਜ਼ 1 ਘੰਟਾ ਉਹ ਪਾਠ ਕਰਦਾ ਸੀ। ਜੀਰੀ ਵੇਚਣ ਤੋਂ ਬਾਅਦ ਕਈ ਹਜ਼ਾਰ ਰੁਪਈਆ ਮੇਰੇ ਕੋਲ ਲੈ ਕੇ ਆਇਆ। ਕਹਿੰਦੇ ਬਾਬਾ ਜੀ ਆਹ ਲਓ ਦਸਵੰਧ, ਮੇਰੀ ਫਸਲ ਪਿਛਲੇ ਸਾਲ ਨੂੰ ਬਹੁਤ ਜ਼ਿਆਦਾ ਹੋ ਗਈ ਹੈ। ਬਾਣੀ ਹੈ, ਇਹਦਾ ਫਸਲ 'ਤੇ ਵੀ ਅਸਰ ਹੁੰਦਾ ਹੈ। ਸੋ ਇਸ ਲਈ ਤੁਹਾਡੇ 'ਤੇ ਕਿਉਂ ਨਹੀਂ ਹੋਏਗਾ? ਫਸਲ 'ਤੇ ਅਸਰ ਹੁੰਦਾ ਹੈ। ਅਤੇ ਪਸ਼ੂ ਹੈ, ਸੰਗੀਤ ਲਾਓ, ਪਸ਼ੂ ਨੂੰ ਸੰਗੀਤ ਬੜਾ ਚੰਗਾ ਲੱਗਦਾ। ਸੰਗੀਤ ਤੁਹਾਨੂੰ ਵੀ ਚੰਗਾ ਲੱਗਦਾ। ਜਦੋਂ ਸੰਗੀਤ ਵੱਜਦਾ ਹੈ ਤੁਸੀਂ ਕੁਰਸੀ 'ਤੇ ਬੈਠੇ ਵੀ ਲੱਤਾਂ ਹਿਲਾਉਂਦੇ ਰਹਿੰਦੇ ਹੋ, ਹਿਲਾਉਂਦੇ ਰਹਿੰਦੇ ਹੋ ਕਿ ਨਹੀਂ? ਸੰਗੀਤ ਹੈ ਨਾ, ਸੰਗੀਤ। ਪਸ਼ੂ ਜਦੋਂ ਤੁਸੀਂ ਧਾਰ ਕੱਢਣੀ ਹੈ, ਜੇ ਕੋਈ ਕੋਲ ਰੇਡੀਓ ਟੀ ਕੁਛ ਲਾ ਦਿਓ ਜਿਸ 'ਤੇ ਗਾਣੇ ਆ ਰਹੇ ਹੋਣ, ਤੁਹਾਡੀ ਮੱਝ ਪਹਿਲਾਂ ਨਾਲ ਦੁੱਧ ਵੱਧ ਦੇਵੇਗੀ। ਪਹਿਲਾਂ ਵੱਧ ਦਿਓ, ਉਹ ਖੁਸ਼ ਹੈ, ਉਹ ਖੁਸ਼ ਹੈ। ਕਹਿੰਦੇ ਇਸ ਲਈ ਬਾਣੀ ਸੁਣਾਇਆ ਕਰੋ ਪਸ਼ੂਆਂ ਨੂੰ, ਪਸ਼ੂਆਂ ਦੇ ਕੋਲ ਬੈਠ ਕੇ ਬਾਣੀ ਪੜ੍ਹਿਆ ਕਰੋ, ਤੁਹਾਡਾ ਪਸ਼ੂਆਂ ਦਾ ਦੁੱਧ ਵੱਧ ਜਾਏਗਾ, ਵੱਧ ਜਾਏਗਾ। ਮੈਂ ਤਾਂ ਕੰਮ ਹੀ ਇਹੀ ਕਰਦਾ ਰਿਹਾ ਵੀ ਤਜਰਬੇ ਕਰਦਾ ਰਹਿਣਾ, ਬਸ ਮੈਂ ਤਾਂ ਤੇ ਕਰਦਾ ਰਹਿਣਾ। ਕੋਈ ਮੰਨ ਲਿਆ ਕਿਸੇ ਨਾ ਮੰਨਿਆ, ਉਹ ਵੀ ਕੋਈ ਤਜਰਬਾ ਕਰਕੇ ਮੁੜ ਕੇ ਕਰਦੇ ਨਹੀਂ ਹੈਗੇ। ਹੋ ਵੀ ਗਿਆ ਉਸ ਤਰ੍ਹਾਂ, ਫਿਰ ਬੰਦਾ ਕਿ ਭਜਨ ਬੰਦਗੀ ਕਰਨੀ ਔਖੀ ਲੱਗਦੀ ਹੈ ਬੰਦੇ ਨੂੰ। ਸੋ ਇਸ ਲਈ ਇਹ ਭਜਨ ਬੰਦਗੀ ਹੈ। ਇਹ ਨਹੀਂ ਸਮਝਣਾ ਬੇਜਾਨ ਚੀਜ਼ 'ਤੇ ਅਸਰ ਨਹੀਂ ਹੁੰਦਾ, ਹਰ ਇੱਕ ਚੀਜ਼ 'ਤੇ ਅਸਰ ਹੁੰਦਾ ਹੈ। ਏਕੋ ਹੁਕਮ ਵਰਤੈ ਸਭ ਲੋਈ, ਸਾਰੇ ਸੰਸਾਰ ਤੁਸੀਂ ਪਰਮਾਤਮਾ ਦਾ ਹੁਕਮ ਚੱਲਦਾ ਹੈ। ਏਕ ਨਿਰੰਜਨ, ਏਕਸ ਤੇ ਸਭ ਉਪਤ ਹੋਈ, ਸਾਰੇ ਇੱਕੋ ਤੋਂ ਉਤਪਤੀ ਹੁੰਦੀ ਹੈ। ਰਾਹ ਦੋਵੇਂ ਖਸਮ ਏਕੋ ਜਾਣ, ਮਾਲਕ ਦੋਨੋਂ ਦੇ ਇੱਕੋ। ਇੱਕ ਦੋ ਰਾਹ ਨੇ, ਇੱਕ ਮਾਇਆ ਦਾ ਰਾਹ ਹੈ, ਇੱਕ ਪਰਮਾਤਮਾ ਵਾਲਾ ਰਾਹ। ਦੋ ਹੀ ਰਸਤੇ ਨੇ, ਚਾਹੇ ਮਾਇਆ ਵਾਲੇ ਪਾਸੇ ਤੁਰ ਪਓ, ਚਾਹੇ ਰੱਬ ਵਾਲੇ ਤੁਰ ਪਓ, ਪਰ ਮਾਲਕ ਦੋਨੋਂ ਦਾ ਇੱਕੋ ਹੀ ਹੈ। ਮਾਇਆ ਦਾ ਮਾਲਕ ਵੀ ਪਰਮਾਤਮਾ ਦੇ, ਜਿਹੜਾ ਉਹਦਾ ਰਾਹ ਉਹਦਾ ਵੀ ਮਾਲਕ ਉਹੀ ਹੈ। ਗੁਰ ਕੈ ਸ਼ਬਦ ਹੁਕਮ ਪਛਾਣ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਬਾਣੀ ਰਾਹੀਂ ਉਹਦੇ ਹੁਕਮ ਦੀ ਪਹਿਚਾਣ ਹੁੰਦੀ ਹੈ, ਉਹਦੇ ਹੁਕਮ ਬਾਰੇ ਪਤਾ ਲੱਗਦਾ ਹੈ ਪਰਮਾਤਮਾ ਦਾ ਕੀ ਹੁਕਮ ਹੈ। ਏਕੋ ਹੁਕਮ ਵਰਤੈ ਸਭ ਲੋਈ, ਏਕੋ ਹੁਕਮ ਵਰਤੈ ਸਭ ਲੋਈ, ਏਕੋ ਹੁਕਮ ਵਰਤੈ ਸਭ ਲੋਈ, ਏਕੋ ਹੁਕਮ ਵਰਤੈ ਸਭ ਲੋਈ। ਏਕਸ ਤੇ ਸਭ ਉਪਤ ਹੋਈ, ਏਕਸ ਤੇ ਸਭ
ਓਪਤ ਹੋਈ। ਓਪਤ ਉਤਪਤੀ ਪਦਾਇਸ਼ ਸਭ ਉਸ ਪਰਮਾਤਮਾ ਤੋਂ ਹੀ ਹੋਇਆ ਹੈ। ਉਹਦਾ ਹੀ ਹੁਕਮ ਸਾਰੇ ਸੰਸਾਰ 'ਚ ਵਰਤ ਰਿਹਾ ਹੈ। ਸਗਲ ਰੂਪ ਵਰਨ ਮਨ ਮਾਹੀ। ਵਰਨ ਜਾਤਾਂ ਨੂੰ ਕਹਿੰਦੇ। ਸਾਰੇ ਰੂਪਾਂ 'ਚ ਸਾਰੀਆਂ ਜਾਤਾਂ ਵਿੱਚ ਸਭ ਦੇ ਮਨ ਵਿੱਚ ਉਹ ਪਰਮਾਤਮਾ। ਮਾਹੀ ਮੈਨੇ ਵਿੱਚ। ਮਾਹੀ ਪੜੋਗੇ ਤਾਂ ਪਿਆਰੇ ਨੂੰ ਕਹਿੰਦੇ, ਪਤੀ ਨੂੰ ਕਹਿੰਦੇ ਨੇ। ਮਾਹੀ ਵਿੱਚ। ਸਗਲ ਰੂਪ ਵਰਨ ਮਨ ਮਾਹੀ। ਪਰਮਾਤਮਾ ਸਾਰੇ ਰੂਪਾਂ 'ਚ, ਸਾਰੀਆਂ ਜਾਤਾਂ 'ਚ, ਸਾਰੇ ਲੋਕਾਂ ਦੇ ਮਨਾਂ 'ਚ ਹੈ। ਕਹੋ ਨਾਨਕ ਏਕੋ ਸਲਾਹੀ। ਸਲਾਹੀ। ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਉਸ ਇੱਕ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦਾ ਹਾਂ। ਕਿਉਂਕਿ ਸਲਾਹੀ ਜਿਹੜਾ ਹੈ ਇਹ ਕਿਸੇ ਲਈ ਹੁਕਮ ਨਹੀਂ ਉਸਦਾ ਵੀ ਤੁਸੀਂ ਸਿਫਤ ਸਲਾਹ ਕਰੋ। ਇਹ ਆਪਣੇ ਵੱਲੋਂ ਹੈ। ਸਲਾਹੀ। ਕਹੋ ਨਾਨਕ ਏਕੋ ਸਲਾਹੀ। ਗੁਰੂ ਮਹਾਰਾਜ ਕਹਿੰਦੇ ਮੈਂ ਇੱਕ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦਾ ਕਿਉਂਕਿ ਸਾਰਿਆਂ ਦੇ ਵਿੱਚ ਉਹੀ ਹੈ। ਸਾਰਿਆਂ 'ਚ ਉਹੀ ਹੈ। ਸਗਲ ਰੂਪ ਸਾਰੇ ਰੂਪਾਂ 'ਚ, ਵਰਨ ਸਾਰੀਆਂ ਜਾਤਾਂ ਰੰਗਾਂ ਵਿੱਚ, ਮਨ ਮਾਹੀ ਸਭ ਦੇ ਮਨਾਂ ਵਿੱਚ ਪਰਮਾਤਮਾ ਹੈ। ਇਸ ਲਈ ਮੈਂ ਕਹਿੰਦਾ ਉਹਦੀ ਸਿਫਤ ਸਲਾਹ ਕਰਦਾ। ਅਤੇ ਜੇ ਗੁਰੂ ਮਹਾਰਾਜ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਫਿਰ ਅਸੀਂ ਉਹਨਾਂ ਦੇ ਚੇਲੇ ਹਾਂ। ਸਾਡਾ ਵੀ ਫਰਜ਼ ਬਣਦਾ। ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵ। ਗੁਰੂ ਮਹਾਰਾਜ ਜੋ ਕਹਿੰਦੇ ਨੇ ਉਹ ਕਰੋ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਓ। ਥਾਂ ਥਾਂ 'ਤੇ ਗੁਰੂ ਮਹਾਰਾਜ ਕੇ ਭਾਈ ਪਰਮਾਤਮਾ ਦੀ ਦਾ ਸਿਮਰਨ ਕਰੋ, ਉਹਦੀ ਭਜਨ ਬੰਦਗੀ ਕਰੋ। ਸਗਲ ਰੂਪ ਵਰਨ ਮਨ ਮਾਹੀ। 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 ਕਹ ਨਾਨਕ ਏਕੋ ਸਲਾਹੀ। ਕਹ ਨਾਨਕ ਏਕੋ ਸਲਾਹੀ। ਕਹ ਨਾਨਕ ਏਕੋ ਸਲਾਹੀ। ਕਹ ਨਾਨਕ ਏਕੋ ਸਲਾਹੀ। ਗੌੜੀ ਮਹਿਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸੱਚ। ਅਧਿਆਤਮ ਕਰਮ ਉਹ ਧਾਰਮਿਕ ਕਰਮ ਜਿਨ੍ਹਾਂ ਦਾ ਸਾਡੀ ਆਤਮਾ ਨੂੰ ਲਾਭ ਹੋਵੇ ਉਹਨੂੰ ਅਧਿਆਤਮਿਕ ਕਰਮ ਕਹਿੰਦੇ। ਇੱਕ ਧਾਰਮਿਕ ਕਰਮ ਹੁੰਦੇ। ਤੀਰਥਾਂ 'ਤੇ ਲੋਕ ਇਸ਼ਨਾਨ ਕਰਦੇ ਜਾ ਕੇ, ਇਹਨੂੰ ਧਾਰਮਿਕ ਕਰਮ ਗਿਣਿਆ ਜਾਂਦਾ ਹੈ। ਤਪੱਸਿਆ ਕਰਦੇ ਨੇ, ਧਾਰਮਿਕ ਕਰਮ ਗਿਣਿਆ ਜਾਂਦਾ ਹੈ। ਅਧਿਆਤਮਿਕ ਕਰਮ ਹੁੰਦਾ ਜਿਹਦਾ ਆਤਮਾ ਨੂੰ ਲਾਭ ਹੋਵੇ। ਤੀਰਥਾਂ 'ਤੇ ਇਸ਼ਨਾਨ ਕਰਨਾ ਆਤਮਾ ਨੂੰ ਕੋਈ ਲਾਭ ਨਹੀਂ ਹੈਗਾ, ਇਸ ਲਈ ਅਧਿਆਤਮ ਕਰਮ ਨਹੀਂ ਹੈ। ਧਾਰਮਿਕ ਕਰਮ ਤਾਂ ਜ਼ਰੂਰ ਹੈ। ਕਈਆਂ ਦੇ ਧਰਮ ਅਨੁਸਾਰ ਹੈ ਵੀ ਭਾਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੋ, ਸਰੋਵਰਾਂ 'ਤੇ ਇਸ਼ਨਾਨ ਕਰੋ, ਦਰਿਆਵਾਂ 'ਤੇ ਜਾ ਕੇ ਇਸ਼ਨਾਨ ਕਰੋ। ਕਿਉਂਕਿ ਵੱਡੀ ਕੌਮ ਹਿੰਦੂ ਕੌਮ ਹੈ ਅਤੇ ਵੱਡੀ ਕੌਮ ਦਾ ਛੋਟੀ ਕੌਮਾਂ 'ਤੇ ਅਸਰ ਹੁੰਦਾ ਹੈ। ਜੇ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖ ਥੋੜ੍ਹੇ ਸਨ, ਮੁਸਲਮਾਨ ਸਲਵਾਰਾਂ ਪਾਉਂਦੇ ਸਨ। ਬੰਦੇ ਵੀ ਮੁਸਲਮਾਨ ਬੰਦੇ ਸਲਵਾਰਾਂ ਪਾਇਆ ਕਰਦੇ ਸਨ ਅਤੇ ਕੁਝ ਇਲਾਕਿਆਂ ਦੇ ਸਿੱਖ ਵੀ ਸਲਵਾਰਾਂ ਪਾਉਣ ਲੱਗ ਪਏ ਸਨ। ਉਹ ਹਿੰਦੁਸਤਾਨ 'ਚ ਵੀ ਆ ਕੇ ਜਿੰਨੇ ਬਜ਼ੁਰਗ ਸਨ ਮਰਨ ਤੱਕ ਸਲਵਾਰਾਂ ਹੀ ਪਾਉਂਦੇ ਰਹੇ। ਆਪਣੇ ਇੱਕ MLA ਵੀ ਸੀ ਅਕਾਲੀਆਂ ਦਾ, ਕੋਹਲੀ ਸਾਹਿਬ, ਉਹ ਸਲਵਾਰ ਹੀ ਉਹਨਾਂ ਸਾਰੀ ਉਮਰ ਪਾਈ। ਇੱਥੇ ਅਜੀਬ ਲੱਗਦਾ ਸੀ, ਪਰ ਕਿਉਂਕਿ ਮੁਸਲਮਾਨ ਪਾਉਂਦੇ ਸਨ ਅਤੇ ਉੱਧਰ ਜ਼ਿਆਦਾ ਮੁਸਲਮਾਨ ਸਨ, ਹਿੰਦੂ ਸਿੱਖ ਥੋੜ੍ਹੇ ਸਨ, ਉਹਨਾਂ ਦਾ ਅਸਰ ਸੀ, ਉਹਦਾ ਅਸਰ ਸੀ।
ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੂ ਬੀਬੀਆਂ ਘੁੰਡ ਨਹੀਂ ਸਨ ਕੱਢਿਆ ਕਰਦੀਆਂ, ਨੋ। ਸਗੋਂ ਸਵੈਂਬਰ ਦਾ, ਲਵ ਮੈਰਿਜ ਦਾ ਰਿਵਾਜ਼ ਹੁੰਦਾ ਸੀ। ਜਿਹੜਾ ਅਮੀਰ ਲੋਕ ਸਨ, ਜਦੋਂ ਆਪਣੀ ਲੜਕੀ ਦੀ ਸ਼ਾਦੀ ਕਰਨ ਦੇ ਆਲੇ ਦੁਆਲੇ ਦੇ ਅਮੀਰ ਲੋਕ ਰਾਜਕੁਮਾਰ ਦੂਜੇ ਸੱਦ ਲਿਆ ਕਰਦੇ ਸਨ, ਸਾਰੇ ਕੁਰਸੀਆਂ 'ਤੇ ਬਹਿ ਜਾਂਦੇ ਸਨ। ਫਿਰ ਲੜਕੀ ਨੂੰ ਹਾਰ ਦਿੱਤਾ ਜਾਂਦਾ ਸੀ ਕਿ ਤੂੰ ਵੇਖੀ ਜਾ, ਜਿਹੜਾ ਤੈਨੂੰ ਇਹਨਾਂ 'ਚ ਪਸੰਦ ਆਵੇ ਉਹਦੇ ਗਲੇ 'ਚ ਹਾਰ ਪਾ ਦੇ, ਤੇਰੀ ਸ਼ਾਦੀ ਉਹਦੇ ਨਾਲ ਕਰ ਦਾਂਗੇ। ਹੁਣ ਹੀ ਅਸੀਂ ਆਪਣੀ ਮਰਜ਼ੀਆਂ ਠੋਸਦੇ ਹਾਂ ਬੱਚਿਆਂ ਦੇ, ਉਸ ਤਰ੍ਹਾਂ ਸੀ। ਫਿਰ ਮੁਸਲਮਾਨ ਕਿਉਂਕਿ ਬੁਰਕਾ ਪਾਉਂਦੇ ਸਨ, ਸਿਰ ਤੋਂ ਲੈ ਕੇ ਪੈਰਾਂ ਤੱਕ ਔਰਤ ਨੂੰ ਢੱਕਿਆ ਹੁੰਦਾ ਸੀ, ਅੱਖਾਂ ਥੋੜ੍ਹੀ ਨੰਗੀਆਂ ਹੁੰਦੀਆਂ ਸਨ, ਉਹ ਵੀ ਵਿੱਚ ਮੋਰੀ ਕੀਤੀਆਂ ਸੀ ਕੱਪੜੇ ਦੇ ਵਿੱਚ, ਉਹਦੇ ਵਿੱਚ ਉਹਦੀ ਵੇਖਦੀਆਂ ਸਨ ਵਿਚਾਰੀਆਂ, ਉਹਦੇ ਵਿੱਚ ਉਹਦੀ ਵੇਖਦੀਆਂ ਸਨ। ਹੌਲੀ ਹੌਲੀ ਉਹਦਾ ਅਸਰ ਸਾਡੇ 'ਤੇ ਵੀ ਹੋ ਗਿਆ, ਘੁੰਡ ਕੱਢਣੇ ਸ਼ੁਰੂ ਹੋ ਗਏ, ਘੁੰਡ ਕੱਢਣੇ ਸ਼ੁਰੂ ਹੋ ਗਏ। 7 ਕੱਪੜੇ ਪਾਉਣ ਲੱਗ ਪਏ। ਤਾਂ ਹੀ ਕਹਾਵਤ ਨਾ, 7 ਕੱਪੜੀ ਅੱਗ ਲੱਗਣਾ। ਬੀਬੀਆਂ 7 ਕੱਪੜੇ ਪਾਉਂਦੀ ਹੁੰਦੀਆਂ ਸਨ। ਜਦੋਂ ਵਿਆਹ ਕਿਤੇ ਆਨੰਦ ਕਾਰਜ ਕਰਦੇ ਸਨ, ਇੱਕ ਤੇ ਉਂਝ ਉਹਨੇ ਚੁੱਡੀ ਲੈ ਹੁੰਦੀ, ਇੱਕ ਉਹਦੇ ਉੱਤੇ ਵੱਡਾ ਸਰ ਹੋਰ ਦਿੱਤਾ ਸੀ ਕੱਪੜਾ। ਉਹਨੂੰ ਇਹੀ ਕਾਰਨ ਸੀ ਕਿ ਉਹ ਫੜ ਕੇ ਉਹਦੇ 'ਚ ਗੇੜੇ ਲਵਾਉਂਦੇ ਸਨ, ਵੀ ਡਿੱਗ ਨਾ ਪਵੇ। ਦਿਸਦਾ ਤਾਂ ਹੀ ਨਹੀਂ ਸੀ ਕੁਛ ਅੱਗੇ ਖੱਬੇ ਸੱਜੇ, ਇੰਨਾ ਮੋਟਾ ਕੱਪੜਾ ਘੁੰਡ ਕੱਢਿਆ ਹੁੰਦਾ ਸੀ। ਜੇ ਰਾਤੀ ਘੁੰਡ ਉੱਚਾ ਹੁੰਦਾ ਸੀ, ਉਹ ਬੁੜੀਆਂ ਨੀਵਾਂ ਕਰ ਦਿੰਦੀ, ਨੀਵਾਂ ਕਰਦੇ ਸਨ। ਕਿਉਂ? ਅਸਰ ਸੀ। ਵੱਡੀ ਕੌਮ ਦਾ ਛੋਟੀ ਕੌਮ 'ਤੇ ਅਸਰ ਹੁੰਦਾ ਹੈ। ਫਿਰ ਅੰਗਰੇਜ਼ ਆ ਗਏ, ਫਿਰ ਵਿੱਦਿਆ ਸ਼ੁਰੂ ਹੋ ਗਈ। ਜਦੋਂ ਪੜ੍ਹਾਈ ਸ਼ੁਰੂ ਹੋ ਗਈ, ਸਕੂਲ ਕਾਲਜ ਸ਼ੁਰੂ ਹੋ ਗਏ, ਰਿਵਾਜ਼ ਜਿਹੜਾ ਹੈ ਘੁੰਡਾ ਕਰਨਾ ਦਾ ਖਤਮ ਹੋ ਗਿਆ। ਤੀਸਰੇ ਪਾਤਸ਼ਾਹ ਨੂੰ ਹੁਕਮ ਕਰਨਾ ਪਿਆ ਸਿੱਖ ਕੌਮ ਨੂੰ ਕਿ ਕੋਈ ਵੀ ਬੀਬੀ ਜਦੋਂ ਸਤਸੰਗ 'ਚ ਆਵੇ ਉਹਨੇ ਘੁੰਡ ਨਹੀਂ ਕੱਢਣਾ। ਹੁਕਮ ਕਰਤਾ ਸੀ ਉਹਨਾਂ ਸਭ ਸਿੱਖਾਂ ਨੂੰ, ਨਹੀਂ ਤਾਂ ਘੁੰਡ ਕੱਢ ਕੇ ਆ ਜਾ ਕਰਦੀਆਂ ਸਨ। ਨਹੀਂ ਕਿ ਤੁਸੀਂ ਸਤਸੰਗ 'ਚ ਬੈਠੇ ਹੋ। ਸੋ ਫਰਕ ਹੁੰਦਾ ਹੈ। ਇਸ ਲਈ ਅਸੀਂ ਵੀ ਲੱਗ ਗਏ ਉਸ ਤਰੀਕੇ ਨੂੰ। ਆ ਮਾਘੀ ਨੂੰ ਆ ਰਹੀ ਹੈ ਦੁਨੀਆ, ਪਤਾ ਨਹੀਂ ਕਿੰਨੇ ਹਨ। ਮਾਘੀ ਤੋਂ ਅਗਲੇ ਦਿਨ ਵੀ ਉਹੀ ਹੈ। ਮਾਘੀ ਤੋਂ ਪਹਿਲੇ ਦਿਨ ਵੀ ਸ਼ਰਾਬ ਪੀਂਦਾ ਸੀ, ਮਾਘੀ ਤੋਂ ਦੂਜੇ ਦਿਨ ਵੀ ਪੀਤੀ। ਮਾਘੀ ਤੋਂ ਪਹਿਲੇ ਦਿਨ ਵੀ ਰਿਸ਼ਵਤ ਲੈਂਦਾ ਸੀ, ਮਾਘੀ ਤੋਂ ਦੂਜੇ ਦਿਨ ਵੀ ਲਈ। ਮਾਘੀ ਤੋਂ ਪਹਿਲੇ ਦਿਨ ਵੀ ਮਿਲਾਵਟ ਕਰਦਾ ਸੀ, ਦੁੱਧ 'ਚ ਪਾਣੀ ਪਾਉਂਦਾ ਸੀ, ਅਗਲੇ ਦਿਨ ਫਰਕ ਤਾਂ ਕੋਈ ਪਿਆ ਨਾ। ਐਵੇਂ ਮਨ ਨੂੰ ਝੂਠੀਆਂ ਤਸੱਲੀਆਂ ਦੇਈ ਜਾਣੀ। ਬਸ ਕਿਤੇ ਸੁਣ ਲਿਆ, ਪੜ੍ਹ ਲਿਆ, ਰਾਮਦਾਸ ਸਰੋਵਰ ਨਹਾਤੇ। ਉਹਨਾਂ ਸਮਝਦੇ ਰਾਮਦਾਸ, ਪਤਾ ਗੁਰੂ ਰਾਮਦਾਸ ਨੂੰ ਕਹਿੰਦੇ ਨੇ, ਉਹ ਇਹ ਸਮਝ ਲਿਆ ਉਹਨਾਂ ਨੇ। ਬਸ ਸਭ ਉਤਰੇ ਪਾਪ ਕਮਾਤੇ ਹਨ। ਫਿਰ ਤਾਂ ਮੌਜ ਹੀ ਬੜੀ ਹੈ, ਫਿਰ ਤਾਂ ਸਾਰੀ ਬਾਣੀ ਦੀ ਲੋੜ ਹੀ ਨਹੀਂ। ਆਪਣੇ ਸਾਲ ਪਰ ਜੋ ਮਰਜ਼ੀ ਗੰਦ ਮੰਦ ਕਰੀ ਜਾਓ, ਉੱਥੇ ਜਾ ਕੇ 365 ਦਿਨ ਜਾ ਕੇ ਨਹਾ ਲੈ, ਸਾਰੇ ਤੁਹਾਡੇ ਪਾਪ ਲੱਗੇ। ਅਗਲੇ ਦਿਨ ਫਿਰ ਲੱਗ ਜੇ ਸ਼ੁਰੂ ਕਰ ਲੈਣੀ, ਫਿਰ ਸਾਰਾ ਵਾਰ ਨਹਾ ਲਿਓ। ਫਿਰ ਤਾਂ ਨਾ ਸਿਮਰਨ ਦੀ ਲੋੜ, ਨਾ ਬਾਣੀ ਪੜ੍ਹਨ ਦੀ ਲੋੜ। ਸਾਨੂੰ ਬਸ ਉਂਝ ਸੁਣ ਲਿਆ, ਉਹਨੂੰ ਜੋੜਦੇ ਚੌਥੇ ਪਾਸੇ ਰਾਮਦਾਸ ਸਰੋਵਰ ਨਾਥ, ਰਾਮ ਦਾ ਦਾਸ। ਅਤੇ ਅੱਗੇ ਜੇ ਪੂਰਾ ਸ਼ਬਦ ਪੜ੍ਹੋਗੇ ਫਿਰ ਪਤਾ ਫਿਰ ਲੱਗੇ ਵੀ ਇਹ ਤਾਂ ਨਾਮ ਜਪ ਕੇ ਪਵਿੱਤਰ ਹੁੰਦਾ। ਪੂਰਾ ਅਸੀਂ ਸ਼ਬਦ ਨਹੀਂ ਪੜ੍ਹਦੇ, ਬਸ ਉਹ ਇੱਕ ਲਾਈਨ ਜਿਹੜੀ ਦੇਖੇ ਫਿੱਟ ਬਹਿੰਦੀ ਹੈ, ਉਹ ਕਰ ਲੈ। ਸੋ ਇਸ ਲਈ ਇਹ ਨਾਮ ਜਪੇ ਬਿਨਾਂ, ਬਾਣੀ ਪੜ੍ਹੇ ਬਿਨਾਂ ਅਤੇ ਸ਼ੁਭ ਕਰਮ ਕੀਤੇ ਬਿਨਾਂ ਨਹੀਂ ਗੱਲ ਬਣਨੀ ਸਾਡੀ। ਨਹਾਉਣਾ ਸਾਰੀ ਉਮਰ ਨਹਾਈ ਜਾਓ ਜਿੱਥੇ ਮਰਜ਼ੀ। ਮੈਂ ਤਾਂ ਕੋਈ ਸੰਤ ਮਾਤਾ ਨਹਾਉਂਦੇ ਨਹੀਂ ਵੇਖਿਆ ਉੱਥੇ। ਸ਼੍ਰੋਮਣੀ ਕਮੇਟੀ ਵਾਲੇ ਵੀ ਨਹੀਂ ਨਹਾਉਂਦੇ ਹੋਣਗੇ ਸਰੋਵਰ 'ਚ, ਉਹ ਵੀ ਨਹੀਂ ਨਹਾਉਂਦੇ ਹੋਣੇ। ਨਾ ਚੱਲ ਕਹਿੰਦਾ ਗੀਜ਼ਰ ਹੇਠਾਂ ਨਹਾਓ ਅਤੇ ਮਰਨਾ ਠੰਡੇ ਪਾਣੀ 'ਚ, ਕੌਣ ਹੁੰਦਾ? ਇਹ ਤਾਂ ਲੋਕਾਂ ਵਾਲਾ ਹੀ ਹੁੰਦਾ ਬਸ। ਸੋ ਇਸ ਲਈ ਇਹ ਅਧਿਆਤਮ ਕਰਮ ਨਹੀਂ ਹੈ ਸਰੋਵਰਾਂ 'ਚ ਇਸ਼ਨਾਨ ਕਰਨੇ ਜਾ ਕੇ। ਨਾ ਧਾਰਮਿਕ ਕਰਮ ਤਾਂ ਕਿਸੇ ਦੇ ਧਰਮ ਅਨੁਸਾਰ ਤਾਂ ਜ਼ਰੂਰ ਹੈ। ਅਧਿਆਤਮ ਕਰਮ ਹੁੰਦੇ ਜਿਹੜਾ ਸਾਡੀ ਆਤਮਾ ਦਾ ਕਲਿਆਣ ਕਰੇ, ਉਹ ਅਧਿਆਤਮ ਕਰਮ ਹੁੰਦੇ, ਜਿਹਦੇ ਨਾਲ ਆਤਮਿਕ ਅਵਸਥਾ ਉੱਚੀ ਹੋਵੇ। ਬਾਣੀ ਪੜ੍ਹੋ, ਸਿਮਰਨ ਕਰੋ, ਸ਼ੁਭ ਕਰਮ ਕਰੋ, ਤੁਹਾਡੀ ਆਤਮਿਕ ਅਵਸਥਾ ਉੱਚੀ ਹੋਵੇਗੀ। ਅਧਿਆਤਮ ਕਰਮ ਕਰੇ ਤਾਂ ਸੱਚ, ਜਿਹੜੇ ਅਧਿਆਤਮ ਕਰਮ ਕਰੇਗਾ ਤਾਂ ਸੱਚਾ, ਤਾਂ ਸੱਚਾ। ਫਿਰ ਰੱਬ ਰੂਪ ਹੁੰਦਾ ਹੈ। ਮੁਕਤ ਭੇਦ ਕਿਆ ਜਾਣੇ ਕੱਚਾ, ਜਿਹੜਾ ਹੈ ਹੀ ਕੱਚਾ, ਉਹਨੂੰ ਮੁਕਤੀ ਦਾ ਭੇਦ ਹੀ ਨਹੀਂ ਪਤਾ। ਮੁਕਤ ਹੋਣਾ ਕਿਵੇਂ ਹੈ? ਮੁਕਤੀ ਕਹਿੰਦੇ ਕਿਹਨੂੰ ਨੇ, ਮੁਕਤ ਹੋਣਾ ਕਿਵੇਂ ਹੈ?
ਉਹਨਾਂ ਨੂੰ ਗਿਆਨ ਹੀ ਨਹੀਂ। ਕਾਹਦੇ ਤੋਂ ਮੁਕਤੀ ਚਾਹੀਦੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿੰਨੀਆਂ ਬੁਰਾਈਆਂ ਨੇ, ਜਦੋਂ ਇਹਨਾਂ ਤੋਂ ਤੁਸੀਂ ਮੁਕਤ ਹੋ ਕੇ ਬਸ ਜਿਉਂਦੇ ਮੁਕਤੀ ਮਿਲ ਜਾਣੀ ਹੈ, ਜਿਉਂਦੀ ਮੁਕਤੀ ਮਿਲ ਜਾਣੀ। ਸਿਮਰਨ ਤੋਂ ਬਿਨਾਂ ਇਹਨਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਇਹ ਸਿਮਰਨ ਨੇ ਇਹਨਾਂ ਬੁਰਾਈਆਂ ਦੇ ਅੰਦਰੋਂ ਜੜ ਕੱਟਣੀ ਹੈ, ਅਤੇ ਜਦੋਂ ਜੜ ਹੀ ਕੱਟੀ ਗਿਆ ਬੁਰਾਈ ਖਤਮ ਹੋ ਜਾਂਦੀ ਹੈ। ਕਿਸੇ ਦਰਖਤ ਦੀ ਜੜ ਹੀ ਵੜ ਦਿਓ, ਆਪੇ ਸੁੱਕ ਜਾਏਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਹੈ ਹੀ ਕੱਚਾ, ਉਹਨੂੰ ਮੁਕਤੀ ਦਾ ਭੇਦ ਪਤਾ ਹੀ ਨਹੀਂ ਹੈ। ਮੁਕਤੀ ਹੁੰਦੀ ਕੀ ਹੈ, ਕਿਵੇਂ ਹੁੰਦੀ ਹੈ? ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ। ਜੋਗੀ ਕੌਣ ਹੁੰਦਾ? ਜਿਹਨੂੰ ਜੀਵਨ ਦੀ ਜੁਗਤੀ ਆਉਂਦੀ ਹੈ ਵੀ ਜਿਉਣਾ ਕਿਵੇਂ, ਜਿਉਣ ਦੀ ਜਾਂਚ ਕੀ ਹੁੰਦੀ ਹੈ। ਬਹੁਤ 80% ਤਾਂ ਲੋਕ ਚੱਜੇ ਨੇ, ਜਿਉਣ ਦੀ ਜਾਂਚ ਹੀ ਨਹੀਂ ਹੈ ਵੀ ਇਹ ਜ਼ਿੰਦਗੀ ਜਿਹੜੀ ਮਿਲੀ ਨੂੰ ਜਿਉਣਾ ਕਿਵੇਂ ਹੈ, ਨਹੀਂ ਪਤਾ। ਫਿਰ ਕੁਚੱਜਿਆਂ ਕਾਰਨ ਸਾਰੇ ਸਮਾਜ ਗੜਬੜ ਹੋ ਗਈ ਹੈ। ਸਾਰੀ ਅਸ਼ਾਂਤੀ ਕੁਚੱਜੇ ਲੋਕਾਂ ਕਾਰਨ ਹੋਈ ਹੈ। ਉਹ ਜੇ 20% ਹੈ, ਉਹਨਾਂ ਇੱਕ ਪਾਸੇ 80 ਨੇ, ਇੱਕ ਪਾਸੇ 20%, ਉਹਨਾਂ ਵਿਚਾਰਿਆਂ ਦੀ ਵੱਟੀ ਨਹੀਂ ਜਾਂਦੀ ਹੋ ਜਾਂਦੀ। ਹਾਂਜੀ, ਬਹੁਤੇ ਨੇ। ਦੂਜੇ ਪਾਸੇ ਬਹੁਤੇ ਕੁਚੱਜੇ ਬਹੁਤੇ ਨੇ। ਤੁਸੀਂ ਝਾੜੂ ਫੇਰੇ ਤੇ ਘਰ ਦਾ ਜੀ ਇੱਕ ਕੁਚੱਜੇ, ਉਹਨੇ ਕਾਗਜ਼ੇ ਪਾੜ ਕੇ ਫਿਰ ਕਮਰੇ 'ਚ ਖੜਿਆ, ਤੇ ਉਹ ਫਿਰ ਉਹੀ ਗੱਲ ਹੋ ਗਈ। ਇੱਕ ਸੁਚੱਜੀ ਸੀ, ਝਾੜੂ ਫੇਰਿਆ, ਪੋਚਾ, ਫਿਰ ਬਾਕੀ ਕੁਚੱਜੇ ਸਨ। ਉਹ ਲਿਬੜੇ ਪੈਰਾਂ ਨਾਲ ਅੰਦਰ ਆ ਗਏ, ਅਤੇ ਉਹ ਅਜੇ ਕਮਰਾ ਗਿੱਲਾ ਸੀ, ਚੱਲਦਾ ਫੇਰ ਪੋਚਾ ਉਹੀ ਜਿਹੇ ਕਰਦਾ ਜਾਵੇ। ਉਹ ਝਾਕਦੀ, ਕਦੇ ਉਹਦੇ ਵੱਲ ਵੇਖਦੀ ਅਤੇ ਕਦੇ ਕਮਰੇ ਦੇ ਵੱਲ ਵੇਖਦੀ ਹੈ। ਕੁਚੱਜਿਆਂ ਕਾਰਨ ਸਭ ਗੜਬੜ ਹੋ ਗਈ। ਜਿਹੜਾ ਜੋਗੀ ਕਿਹਨੂੰ ਕਹਿੰਦੇ ਨੇ? ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ, ਉਹਨੂੰ ਜੋਗੀ ਕਹਿੰਦੇ ਨੇ। ਇੱਕ ਤਾਂ ਆ ਜੋਗੀ ਰੰਗ ਦੇ ਕੱਪੜੇ ਪਾ ਕੇ ਲੋਕ ਫਿਰੀ ਜਾਂਦੇ ਜੋਗੀ, ਉਹ ਤਾਂ ਇੱਕ ਮੰਗਣ ਦਾ ਢੰਗ ਹੈ ਵੀ ਕੰਮ ਨਾ ਕਰਨਾ ਪਏ, ਇਸਤਰੀ ਖਾਣ ਪੀਣ ਨੂੰ ਮਿਲ ਜਾਏ। ਤੁਸੀਂ ਭਾਵੇਂ ਸਾਧ ਨਹੀਂ ਵੀ, ਤੁਸੀਂ ਸਾਧੂ ਵਾਲੇ ਕੱਪੜੇ ਪਾ ਲਓ, ਬਸ ਚੱਲ ਪਏਗਾ ਤੁਹਾਡਾ ਕੰਮ। ਖਾਣ ਪੀਣ ਵਾਧੂ, ਕਿਸੇ ਨੂੰ ਕੀ ਪਤਾ ਸਾਧ ਇਹ ਹੈ ਕਿ ਨਹੀਂ ਹੈ। ਅੰਦਰ ਕਿੰਨੇ ਜਾਣੇ, ਨਾ ਕਿਸੇ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਅਤੇ ਨਾ ਕਿਸੇ ਨੂੰ ਪਤਾ ਲੱਗੇ ਸਾਧ ਹੈ ਕਿ ਅਸਾਧ ਹੈ। ਬਸ ਠੀਕ ਹੈ, ਢੋਲਕੀ ਛਾਣਾ ਸਿੱਖ ਲਓ, ਵਾਜਾ ਸਿੱਖ ਲਓ, 2-4 ਧਾਰਨਾ ਸਿੱਖ ਲਓ, ਬਸ 2-4 ਚੇਲੇ ਰੱਖੋ, ਵਾਧੂ ਖਾਣ ਪੀਣ। ਤਾਂ ਹੀ ਕਹਿੰਦੇ ਸਾਧ ਦੀ ਸਦਾ ਹੀ ਦਿਵਾਲੀ। ਉਹ ਤਾਂ ਪਹਿਲੀ ਲਾਈਨ ਬਣ ਗਈ ਹੈ, ਹਾਂ, ਸਦਾ ਦਿਵਾਲੀ ਸਾਧ ਦੀ 8 ਪੈਰ ਬਸੰਤੀ ਸੀ ਲਈ ਹੈ ਵੀ ਨਾ ਖਾਣ ਪੀਣ ਦੀ ਕਮੀ, ਨਾ ਪਹਿਨਣ ਦੀ ਕਮੀ, ਵਾਧੂ, ਹਰ ਇੱਕ ਚੀਜ਼ ਵਾਧੂ। ਫਿਰ ਉਹਦੀ ਦਿਵਾਲੀ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਇਹ ਕਹਾਵਤ ਬਣੀ ਹੈ, ਬਹੁਤ ਪੈਸੇ ਲੋਕਾਂ ਕੋਲ ਘੱਟ ਹੁੰਦੇ ਸਨ। ਕਿਸੇ ਤਿਉਹਾਰ ਨੂੰ ਹੀ ਕੋਈ ਕੱਪੜਾ ਕੁਪੜਾ ਮਿਲਣਾ, ਕੋਈ ਬਰਫੀ ਬੁਰਫੀ ਖਾਣ ਨੂੰ ਮਿਲਣੀ, ਕਿੱਥੇ? ਇੱਕ ਅੱਧਾ ਅੰਬ ਮਿਲਣਾ, ਉਹਨੂੰ ਚੂਪੀ ਜਾਣਾ, ਉਹਦੀ ਗਿਟਕ ਚਿੱਠੀ ਕੱਢ ਦੇਣੀ। ਅਤੇ ਅੱਜ ਕੱਲ੍ਹ ਬੱਚਾ ਕੋਈ ਗਿਟਕ ਚੂਪਦਾ ਹੀ ਨਹੀਂ ਹੈਗਾ, ਉਹ ਤਾਂ ਚਾਕੂ ਨਾ ਚੀਰ ਕੇ ਬਸ ਉਹਨੂੰ ਵੀ ਖਾਂਦਾ, ਗਿਟਕ ਤਾਂ ਪਈ ਹੈ। ਕਿਉਂ? ਹੁਣ ਵਾਧੂ ਹੈ ਵੀ, ਚੀਜ਼ਾਂ ਵਾਧੂ ਨੇ, ਇਸ ਲਈ ਕਿ ਬਚਪਨ ਜੇ ਯਾਦ ਆਉਂਦਾ ਵੀ ਉਹ ਵੀ ਸਮਾਂ ਸੀ, ਉਹ ਵੇਲਾ ਯਾਦ ਕਰ। ਸੋ ਇਸ ਲਈ ਜਿਹੜਾ ਉਸ ਅਵਸਥਾ 'ਚੋਂ ਲੰਘੇ ਹੀ ਨਹੀਂ, ਉਹਨੂੰ ਕੀ ਪਤਾ ਵੀ ਉਹ ਵੀ ਸਮਾਂ ਸੀ। ਇਸ ਲਈ ਜੋਗੀ ਉਹ ਹੈ ਜਿਹੜਾ ਪਰਮਾਤਮਾ ਨਾਲ ਅੰਦਰੋਂ ਜੁੜਿਆ ਹੋਇਆ, ਉਹਨੂੰ ਜੋਗੀ ਕਹਿੰਦੇ। ਪਰ ਅਸੀਂ ਉਹਨੂੰ ਸਮਝ ਲਿਆ ਜਿਹੜੇ ਜੋਗੀ ਰੰਗ ਦੇ ਕੱਪੜੇ ਪਾਏ ਹੋਏ ਨੇ। ਧਾਰਮਿਕ ਬੰਦੇ, ਸਾਰੇ ਧਰਮਾਂ ਦੇ ਵਿੱਚ ਧਾਰਮਿਕ ਬੰਦੇ ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਪਾਉਂਦੇ ਨੇ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਧਾਰਮਿਕ ਬੰਦਾ। ਉਹਦੇ ਕੱਪੜੇ ਹੀ ਅੱਡ ਹੁੰਦੇ ਨੇ। ਉਹ ਕੱਪੜਿਆਂ ਤੋਂ ਪਤਾ ਲੱਗਦਾ ਧਾਰਮਿਕ ਹੈ, ਅੰਦਰੋਂ ਹੈ ਕਿ ਨਹੀਂ ਹੈ ਉਹ ਤਾਂ ਅੱਲਾ ਜਾਣੇ। ਪਰ ਕੱਪੜਿਆਂ ਤੋਂ ਪਤਾ ਧਾਰਮਿਕ ਹੈ, ਅਤੇ ਇਸ ਕਰਕੇ ਲੋਕ ਨਮਸਕਾਰਾਂ ਕਰਦੇ ਨੇ ਅਤੇ ਸਾਧੂਆਂ ਦੇ ਦਰਸ਼ਨ ਕਰਨ ਜਾਂਦੇ ਨੇ, ਮੱਥੇ ਟੇਕਦੇ ਨੇ, ਮਾਇਆ ਅੱਗੇ ਭੇਟਾ ਕਰਦੇ ਨੇ, ਮੌਜਾਂ ਲੱਗੀਆਂ ਹੋਈਆਂ। ਕਈ ਤਾਂ ਜਿਉਂਦਾ ਵਸਦਾ ਰਹਿ, ਤੇਰੇ ਕਾਰਜ ਹੋ ਜਾਣਾ। ਕਿਉਂਕਿ ਉਹਨਾਂ ਨੂੰ ਵੀ ਜੋਗੀ ਰੰਗ ਦੇ ਕੱਪੜੇ ਪਾਉਣੇ ਪਏ।
ਕਿਸੇ ਨੇ ਗਾਂ ਫੜੀ ਹੋਈ ਹੈ, ਉਹਦੇ ਬਹਾਨੇ ਖਾਣ ਨੂੰ ਮਿਲ ਰਿਹਾ ਹੈ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹਦਾ ਕੀ ਅਧਿਆਤਮਵਾਦ ਨਾਲ ਸੰਬੰਧ ਹੈ ਜੀ? ਇਹਦਾ ਇੱਕ ਖਾਣ ਪੀਣ ਦਾ ਪ੍ਰਬੰਧ, ਵੀ ਖਾਣ ਪੀਣ ਕੋਈ ਕੰਮ ਨਾ ਕਰਨਾ ਪਵੇ। ਵਾਰਿਸ ਸ਼ਾਹ ਵੀ ਕਹਿੰਦੇ ਬਈ ਜੱਟ ਜਿਹੜਾ ਸਾਉਣ ਭਾਦੋਂ ਦੇ ਪਸੀਨੇ ਕਾਰਨ, ਕਿਉਂ ਭਾਦੋਂ ਦੇ ਮਹੀਨੇ ਮੱਕੀ ਵੀ ਵੱਡੀ ਹੋ ਜਾਂਦੀ ਹੈ ਅਤੇ ਕਮਾਦ ਵੀ ਵੱਡਾ ਹੋ ਜਾਂਦਾ, ਅਤੇ ਉਦੋਂ ਗੋਡਣੇ ਪੈਂਦੇ ਸਨ। ਇਹ ਹੁਣ ਦੀ ਤਾਂ ਨਦੀਨ ਨਾਸ਼ਕ ਦਵਾਈਆਂ ਕੋਈ ਨਹੀਂ ਸਨ, ਖੁਰਪਿਆਂ ਨਾਲ ਗੋੜਦੇ ਹੁੰਦੇ ਸਨ। ਕਮਾਦ ਬੰਦੇ ਜਿੱਡਾ ਉੱਚਾ ਹੈ, ਅਤੇ ਜਦੋਂ ਬੈਠ ਕੇ ਉਹਨੂੰ ਗੋਡਣਾ ਆਲੇ ਦਾ ਹਵਾ ਹੀ ਕੋਈ ਨਹੀਂ ਸੀ ਲੱਗਦੀ। ਭਾਦੋਂ ਦਾ ਮਹੀਨਾ ਹਵਾ ਲੱਗਣੀ ਨੇ, ਇੰਨਾ ਪਸੀਨਾ ਹੋਣਾ, ਕਹਿੰਦੇ ਜੱਟ ਕਹਿੰਦੇ ਤਾਂ ਸਾਹ ਦੀ ਚੰਗੇ, ਜੋ ਛੱਡਣੀ ਖੇਤੀ ਕਿਤੇ ਸਾਹ ਦੇ ਡੇਰੇ ਜਾ ਬਣ, ਤਾਂ ਖਾਣ ਪੀਣ ਨੂੰ ਵਧੀਆ ਮਿਲ, ਦਵਾ ਕਰੋ ਤਾਂ ਗਰਮੀ 'ਚ ਮਰਨਾ। ਬਹੁਤੀ ਦੁਨੀਆ ਇਸ ਲਈ ਵੀ ਬਣਦੀ ਹੈ, ਨਹੀਂ ਤਾਂ ਸਾਧਾਂ ਨੂੰ ਜੇਲ੍ਹ ਨਾਲ ਕਿਆ ਲੈਣਾ ਦੇਣਾ? ਜੇਲ੍ਹ ਹੋ ਗਈ, ਕਿੰਨੇ ਸਾਧਾਂ ਨੂੰ ਜੇਲ੍ਹ ਹੋਈ ਹੈ। ਗੁਰੂ ਮਹਾਰਾਜ ਕਿਰਪਾ ਕਰੋ। ਐਸਾ ਜੋਗੀ ਜੁਗਤ ਵਿਚਾਰੈ। ਕਿਹੜਾ ਜੋਗੀ ਹੁੰਦਾ ਜਿਹਨੂੰ ਜੀਵਨ ਦੀ ਜੁਗਤੀ ਆਉਂਦੀ ਹੈ? ਪੰਜ ਮਾਰ ਸਾਚ ਉਰ ਧਾਰੈ। ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਹੜਾ ਪੰਜਾਂ ਨੂੰ ਮਾਰ ਕੇ ਸਾਚ ਪਰਮਾਤਮਾ ਦਾ ਨਾਮ ਉਰ ਹਿਰਦਾ ਧਾਰੈ ਟਿਕਾਉਂਦਾ ਹੈ, ਜਿਹੜਾ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਉਂਦਾ ਹੈ ਨਾ, ਇਹਨਾਂ ਪੰਜਾਂ ਨੂੰ ਮਾਰ ਕੇ ਅਸਲ 'ਚ ਉਹਨੂੰ ਜੀਵਨ ਜੁਗਤੀ ਹੁੰਦੀ, ਉਹ ਹੈ ਜੋਗੀ। ਉਹ ਹੈ ਜੋਗੀ। ਇਹ ਨਹੀਂ ਕਿ ਜੋਗੀ ਰੰਗ ਦੇ ਕੱਪੜੇ ਪਾ ਲੈ 'ਤੇ ਜੋਗੀ ਹੋ ਗਿਆ ਹੈ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ। ਗੁਰੂ ਮਹਾਰਾਜ ਕਹਿੰਦੇ ਜਿਸ ਕੈ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੇ। ਪਰਮਾਤਮਾ ਜਿਹਦੇ ਅੰਦਰ ਆਪਣਾ ਨਾਮ ਵਸਾ ਦਿੰਦਾ ਹੈ, ਪਰਮਾਤਮਾ ਜਿਹਦੇ ਅੰਦਰ ਆਪਣਾ ਨਾਮ ਵਸਾ ਦਿੰਦਾ, ਸਾਚ ਵਸਾਵੇ, ਨਾਮ ਵਸਾ ਦਿੰਦਾ, ਜੋਗ ਜੁਗਤ ਕੀ ਕੀਮਤ ਪਾਵੇ। ਉਹਨੂੰ ਜੋਗ ਦੀ ਕੀ ਜੁਗਤੀ ਹੈ, ਹੁਣ ਸਿਰਫ ਉਹਨੂੰ ਪਤਾ ਹੈ। ਉਹਨੂੰ ਪਤਾ ਹੈ ਜੋਗ ਦੀ ਕੀ ਕੀਮਤ ਹੈ, ਜੋਗ ਦੀ ਕੀ ਮਹਾਨਤਾ ਹੈ, ਜੋਗ ਦੀ ਕੀ ਜੁਗਤੀ ਹੈ। ਉਹਨੂੰ ਜੀਵਨ ਜਾਚ ਆ ਜਾਂਦੀ ਹੈ, ਕਿਉਂਕਿ ਪਰਮਾਤਮਾ ਨੇ ਸਾਡੀ ਸੋਚ ਨੂੰ ਉੱਚਿਆਂ ਕਰਨਾ ਹੈ। ਸਾਨੂੰ ਸੋਝੀ ਆਉਂਦੀ ਜਾਂਦੀ ਦਿਨੋਂ ਦਿਨ। ਜਿਉਂ ਸੋਚ ਉੱਚੀ ਹੁੰਦੀ ਹੈ, ਫਿਰ ਪਤਾ ਲੱਗਦਾ ਹੈ, ਆਹ ਗਲਤ ਹੈ, ਆਹ ਠੀਕ ਹੈ। ਪਹਿਲਾਂ ਇਹ ਪਤਾ ਲੱਗਦਾ ਕੀ ਠੀਕ ਹੈ ਅਤੇ ਕੀ ਗਲਤ ਹੈ, ਪਰ ਅਜੇ ਵੀ ਉਹ ਗਲਤ ਨੂੰ ਛੱਡ ਨਹੀਂ ਸਕਦਾ। ਗਿਆਨ ਤਾਂ ਹੋ ਗਿਆ ਹੈ, ਫਿਰ ਨਾਮ ਜਪੀ ਜਾਂਦਾ, ਫਿਰ ਇੱਕ ਦਿਨ ਜੋ ਗਲਤ ਹੈ ਉਸ ਨੂੰ ਛੱਡ ਦਿੰਦਾ ਅਤੇ ਠੀਕ ਨੂੰ ਜਿਹੜਾ ਗ੍ਰਹਿਣ ਕਰਕੇ ਜਿਹੜਾ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਜਿਸ ਕੈ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਭਾਵ ਮਹਾਨਤਾ। ਉਹਨੂੰ ਜੁਗਤੀ ਦੀ ਮਹਾਨਤਾ ਪਤਾ ਲੱਗਦੀ ਹੈ ਕਿ ਕਿਵੇਂ ਜਿਉਣਾ ਹੈ, ਕਿਵੇਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਕਿਵੇਂ ਅਸਲੀ ਯੋਗੀ ਹੁੰਦਾ ਹੈ। ਉਹਨੂੰ ਫਿਰ ਗਿਆਨ ਹੋ ਜਾਂਦਾ ਹੈ। ਰਬ ਸਸ ਏਕੋ ਗ੍ਰਹਿ ਉਦਿਆਨੈ। ਇਹ 99% ਪਾਠੀ ਕੀ ਦੂਜੇ ਕੀ ਨੂੰ ਸਾਰੇ ਗ੍ਰਹਿ ਪੜ੍ਹਦੇ ਹਨ। ਉਹ ਤਾਂ ਮੈਨੂੰ ਪਤਾ ਲੱਗਦਾ ਪੰਜਾਬ ਦੇ ਲੋਕਾਂ ਤਾਂ ਪੰਜਾਬੀ ਹੀ ਨਹੀਂ ਪੜ੍ਹਨੀ ਆਉਂਦੀ, ਇਹਨਾਂ ਵਿਚਾਰੇ ਹਿੰਦੀ, ਸੰਸਕ੍ਰਿਤ, ਫਾਰਸੀ ਕਿੱਥੋਂ ਆਉਣੀ। ਲਿਖਿਆ ਸਾਹਮਣੇ, ਇਹਨੂੰ ਪੜ੍ਹ। ਕੀਰਤਨੀ ਵੀ ਕਹਿ ਰਹੇ ਗ੍ਰਹਿ, ਪਾਠੀ ਵੀ ਕਹਿ ਰਹੇ ਨੇ ਗ੍ਰਹਿ, ਪਾਠ ਸਿਖਾਉਣ ਵਾਲੇ ਵੀ ਕਹਿ ਰਹੇ ਗ੍ਰਹਿ। ਦੱਸੋ ਵੀ ਤੁਹਾਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ? ਪੰਜਾਬੀ ਨਹੀਂ, 99% ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਅੱਜ ਵੀ ਰਘਬੀਰ ਸਿੰਘ ਵਿਦਿਆਰਥੀ ਨੂੰ ਕਹਿ ਰਹੇ ਸੀ ਕਿ ਤੁਹਾਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਬਾਣੀ ਤੁਹਾਨੂੰ ਕਿੱਥੋਂ ਪੜ੍ਹਨੀ ਆਵੇਗੀ? ਲੈ ਤੁਹਾਨੂੰ ਕਹਿ ਦਿਓ ਊੜੇ ਤੋਂ ਲੈ ਕੇ ਡਾੜੇ ਤੱਕ ਲਿਖ ਲੈ, ਤੁਹਾਨੂੰ ਕਈਆਂ ਨਹੀਂ ਲਿਖਣਾ, ਭੁੱਲ ਭੁਲਾ ਕੇ। ਹੁਣੇ ਮੈਂ ਤੁਹਾਨੂੰ ਕਾਗਜ਼ ਤੇ ਪੈਨ ਦੇ ਦਾਂ ਵੀ ਕਥਾ ਬੰਦ ਹੈ, 5 ਮਿੰਟ ਤੁਹਾਨੂੰ ਦਿੱਤੇ, ਊੜੇ ਤੋਂ ਲੈ ਕੇ ਡਾੜੇ ਤੱਕ ਲਿਖ ਕੇ ਦਿਖਾਓ। ਇੱਕ ਵਾਰੀ ਪ੍ਰੈਸ ਟੂ ਵਾਲਿਆਂ ਨੂੰ ਮੈਂ ਕਿਹਾ ਕਾਗਜ਼ ਲੈ ਲਓ, ਇੱਕ ਪੈਨ ਲੈ ਲਓ, ਲੈ ਲਿਆ, ਕਿਤਾਬਾਂ ਕਾਪੀ ਬੰਦ ਕਰ ਦਿਓ, ਲੈ ਲਿਆ ਪੈਨ, ਏ ਤੋਂ ਲੈ ਕੇ ਜ਼ੈਡ ਤੱਕ ਲਿਖ ਕੇ ਵਿਖਾਓ। ਵੱਡੀ ABC ਵੀ ਲਿਖ ਕੇ ਦਿਖਾਓ, ਛੋਟੀ ਵੀ ਲਿਖ ਕੇ ਦਿਖਾਓ।
ਜਿਹੜਾ ਦੋਨੋਂ ਸ਼ੁੱਧ ਲਿਖ ਦੇਗਾ 100 ਰੁਪਏ ਮੈਨੂੰ ਇਨਾਮ ਦੇਵਾਂਗਾ। ਇੱਕ ਵੀ ਨਹੀਂ ਹੈ ਜੀ। ਵੱਡਿਆਂ ਦੇ ਵਿੱਚ ਛੋਟੇ ਪਏ ਨੇ, ਛੋਟਿਆਂ ਦੇ ਵੱਡੇ ਅੱਖਰ ਪਏ ਨੇ, ਅਤੇ ਕਈ ਇੱਕ ਤਾਂ ਏ ਤੋਂ ਲੈ ਕੇ ਜ਼ੈਡ ਦੇ ਭੁੱਲ ਹੀ ਗਏ ਕਈ ਅੱਖਰ। ਸਤਿ ਸ੍ਰੀ ਅਕਾਲ। ਜੇ ਮੈਨੂੰ ਊੜੇ ਤੋਂ ਲੈ ਕੇ ਆੜੇ ਤੱਕ ਹੀ ਨਹੀਂ ਆਉਂਦਾ, ਮੈਨੂੰ ਤਾਂ ਪੰਜਾਬੀ ਨਹੀਂ ਆਉਂਦੀ, ਅਤੇ ਗੁਰਬਾਣੀ ਕਿੱਥੋਂ ਆਏਗੀ? ਸਾਨੂੰ ਆਹੀ ਨਹੀਂ ਪਤਾ ਵੀ ਗੱਗੇ ਨੂੰ ਸਿਆਰੀ ਪੈਰ ਚਰਾ ਰਿਹਾ। ਸਾਨੂੰ ਇਹੀ ਨਹੀਂ ਪਤਾ ਕਿ ਜਿਹੜੀ ਗੱਗੇ ਨੂੰ ਸਿਹਾਰੀ ਹੈ, ਗੱਗੇ ਨੂੰ ਬੋਲੀ ਜਾਏਗੀ, ਰਾਰੇ ਨੂੰ ਬੋਲੀ ਜਾਏਗੀ। ਇਹੀ ਨਹੀਂ ਪਤਾ, ਇਹ ਰਾਰੇ ਨੂੰ ਬੋਲੀ ਜਾਏਗੀ। ਜਿਵੇਂ ਪੱਪੇ ਦੇ ਪੈਰ 'ਚ ਰਾਰਾ, ਪੱਪੇ ਦੇ ਉੱਤੇ ਲਾਂ ਮੰਮਾ, ਉਹ ਪੇਰਮ ਨਹੀਂ ਹੋ ਸਕਦਾ। ਉਹ ਪੱਪੇ ਜਿਹੜੀ ਲਾਂ ਹੇਠਾਂ ਜੇ ਰਾਰਾ ਹੈ, ਉਹਦੇ ਨਾਲ ਬੋਲੀ ਜਾਏ ਪ੍ਰੇਮ। ਤੁਸੀਂ ਲਿਖਣਾ ਪ੍ਰੇਮ ਸਿੰਘ, ਪੱਪੇ ਦੇ ਪੈਰ 'ਚ ਰਾਰਾ, ਉੱਤੇ ਲਾਂ ਮੰਮਾ। ਉਹ ਜਿਹੜੀ ਪੱਪੇ ਦੇ ਲਾਂ ਹੈ, ਉਹ ਰਾਰੇ 'ਤੇ ਬੋਲੀ ਜਾਏਗੀ ਪ੍ਰੇਮ। ਇਸੇ ਤਰ੍ਹਾਂ ਗੱਗੇ ਦੇ ਪੈਰ 'ਚ ਰਾਰਾ ਹੈ, ਜਿਹੜੀ ਗੱਗੇ ਨੂੰ ਸਿਹਾਰੀ ਲੱਗੀ ਹੈ, ਰਾਰੇ ਨੂੰ ਬੋਲੀ ਜਾਵੇਗੀ। ਇਹ ਕਿਹਦੇ ਨਾਲ ਬੋਲੀ ਜਾਏਗੀ? ਰਾਰੇ ਨਾਲ। ਗੱਗਾ ਰਾਰੇ ਨੂੰ ਸਿਹਾਰੀ ਹਾ। ਫਿਰ ਹੁਣ ਕੋਈ ਐਂ ਲਿਖ ਇਸ ਨੂੰ, ਗੱਗਾ ਰਾਰੇ ਨੂੰ ਸਿਹਾਰੀ ਹਾ। ਹੁਣ ਪੜ੍ਹ ਕੀ ਹੈ? ਫਿਰ ਕਹੋਗੇ ਗ੍ਰਹਿ, ਅਤੇ ਜੇ ਫਿਰ ਹੀ ਗ੍ਰਹਿ ਕੇ ਦੋ ਮਾਰੋ ਉਹਦੇ ਰਖੜੇ ਵੀ ਤੈਨੂੰ ਸਿਹਾਰੀ ਨਹੀਂ ਬੋਲਣੀ ਆਉਂਦੀ। ਨਹੀਂ ਬੋਲੀ ਆਉਂਦੀ। 95-96% ਪਾਠੀਆਂ ਨੂੰ ਜੇ ਕੇ ਤੇ ਲੈ ਤੈਨੂੰ ਸ਼ਬਦ ਨਹੀਂ ਬੋਲਣੇ ਆਉਂਦੇ। ਗੁਰਬਾਣੀ 3 ਸ਼ਬਦ ਆਉਂਦੇ ਨੇ। ਇਹ ਤਾਂ ਆਉਂਦਾ ਬੋਲਣਾ ਸਾਰਿਆਂ ਨੂੰ, ਈੜ ਸਿਹਾਰੀ ਹਾ, ਇਹ ਸਾਰਿਆਂ ਨੂੰ ਬੋਲਣਾ ਆਉਂਦਾ। 95% ਪਾਠੀਆਂ ਨੂੰ ਜੇ ਕੇ ਤੇ ਹੀ ਨਹੀਂ ਬੋਲਣਾ ਆਉਂਦਾ। ਸਿਹਾਰੀ ਹੀ ਨਹੀਂ ਬੋਲਣੀ। ਕਹਿੰਦੇ ਜੈ ਕਹਿ ਤੈ। ਉੱਥੇ ਲਿਖਿਆ ਮਹਿਰਾਮਤ, ਤਰਸ ਪਿਆ ਮਹਿਰਾਮਤ ਹੋਈ। ਕਹਿਣਗੇ ਤਰਸ ਪਿਆ ਮਹਿਰਾਮਤ ਹੋਈ। ਲੈ ਦੱਸ, ਸਿਹਾਰੀ ਨਹੀਂ ਬੋਲਣੀ ਆਉਂਦੀ, ਦਲਾਵਾ ਬੋਲੀ ਜਾਂਦੀ। ਸਾਨੂੰ ਤਾਂ ਪੰਜਾਬੀ ਨਹੀਂ ਆਉਂਦੀ। ਗੁਰਬਾਣੀ ਦੇ ਸਾਨੂੰ ਕੀ ਆਉਣੇ? ਉਹ ਤਾਂ ਗੱਲਾਂ ਹੀ ਬੜੀਆਂ ਦੂਰ ਦੀਆਂ ਨੇ। ਉਹ ਤਾਂ ਬੜੀ ਗੱਲਾਂ ਦੂਰ ਦੀਆਂ ਨੇ। ਸਾਨੂੰ ਸਿਹਾਰੀ ਹੀ ਨਹੀਂ ਬੋਲਣੀ ਆਉਂਦੀ। ਇਹ ਕੀ ਹੈ? ਗ੍ਰਹਿ। ਕੱਲ੍ਹ ਨੂੰ ਫਿਰ ਤੁਸੀਂ ਗ੍ਰਹਿ ਕਹਿ ਦੇਣਾ, ਤੁਸੀਂ ਕਿਹੜਾ ਹਟਣਾ? ਇੱਥੇ ਮੈਂ ਜੇ ਸੰਥਿਆ ਦੇਣਾ, ਬੜਾ ਮੱਥਾ ਮਾਰ ਕੇ ਤੋਰਦੇ, ਜੇ ਪਾਠ ਸੁਣਦਾ ਫਿਰ ਉੱਥੇ ਹੀ ਜੈਸੇ ਥੇ। ਤੇ ਪੀਟੀ ਮਾਸਟਰ ਸਾਵਧਾਨ, ਫਿਰ ਕਹਿੰਦੇ ਜੈਸੇ ਥੇ, ਆਰਾਮ ਨਾਲ ਖੜ੍ਹ ਜਾਓ। ਪਹਿਲਾਂ ਆਰਾਮ ਨਾਲ ਖੜ੍ਹੇ ਸੀ ਨਾ, ਜੈਸੇ ਥੇ। ਸੋ ਇਸ ਲਈ 99% ਪਾਠੀ ਕੀ, ਕੀਰਤਨੀ ਕੀ, ਕਥਾਕਾਰ ਕੀ, ਇਹਨੂੰ ਗ੍ਰਹਿ ਬੋਲਦੇ ਨੇ। ਗ੍ਰਹਿ ਬੋਲਦੇ। ਪੰਜਾਬੀ ਹੀ ਨਹੀਂ ਪੜ੍ਹਨੀ ਆਉਂਦੀ। ਹੋਰ ਤਾਂ ਛੱਡੋ, ਗੱਲਾਂ ਹੀ ਛੱਡੋ ਬਾਕੀ। ਸੋ ਗੁਰੂ ਮਹਾਰਾਜ ਕਹਿੰਦੇ ਰਵ ਸਸ ਏਕੋ ਗ੍ਰਹਿ ਉਦਿਆਨੈ। ਪਰਮਾਤਮਾ ਜਿਹੜਾ ਸੂਰਜ ਵਿੱਚ ਵੀ ਹੈ, ਚੰਦਰਮਾ ਵਿੱਚ ਵੀ ਹੈ, ਗ੍ਰਹਿ ਘਰ ਵਿੱਚ ਵੀ ਹੈ, ਉਦਿਆਨੇ ਜੰਗਲ ਵਿੱਚ ਵੀ ਹੈ। ਗ੍ਰਹਿ ਤੋਂ ਬਣੇ ਗ੍ਰਸਥੀ। ਫਲਾਣਾ ਬੰਦਾ ਹੀ ਗ੍ਰਸਥੀ ਹੈ, ਘਰ ਬਾਹਰ ਵਾਲਾ, ਛੜਾ ਨਹੀਂ ਹੈ, ਗ੍ਰਸਥੀ ਹੈ। ਗ੍ਰਸਤੀ ਨਹੀਂ ਕਹਿੰਦੇ, ਗ੍ਰਸਥੀ ਕਹਿੰਦੇ। ਫਲਾਣਾ ਬੰਦੇ ਗ੍ਰਸਥੀ ਹੈ, ਗ੍ਰਸਤ ਵਾਲਾ ਗ੍ਰਹਿ ਤੋਂ ਬਣੇ। ਰਵ ਸਸ ਏਕੋ ਗ੍ਰਹਿ ਉਦਿਆਨ। ਉਦਿਆਨ ਹਿੰਦੀ ਜੰਗਲ ਨੂੰ ਕਹਿੰਦੇ ਨੇ। ਪਰਮਾਤਮਾ ਸੂਰਜ ਵਿੱਚ ਵੀ ਹੈ, ਚੰਦਰਮਾ ਵਿੱਚ ਵੀ ਹੈ, ਘਰ 'ਚ ਵੀ ਹੈ, ਜੰਗਲ 'ਚ ਵੀ ਹੈ। ਕਰਨੀ ਕੀਰਤ ਕਰਮ ਸਮਨ। ਜਿਹੜਾ ਫਿਰ ਅਸਲ ਜੋਗੀ ਹੁੰਦਾ ਹੈ, ਜਿਹਨੂੰ ਜੀਵਨ ਜੁਗਤੀ ਆ ਗਈ ਹੈ, ਜਿਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਉਹ ਕੀ ਕਰਮ ਕਰਦਾ? ਕਰਨੀ ਕੀਰਤ। ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ। ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ। ਇਹ ਤਾਂ ਉਹਦਾ ਸਮਾਨ ਕੰਮ ਹੈ। ਜਿਹੜਾ ਆਮ ਉਹਦਾ ਜਿਹੜਾ ਕੰਮ ਹੈ, ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਹੈ। ਏਕ ਸ਼ਬਦ ਇੱਕ ਭਿੱਖਿਆ ਮੰਗੈ। ਇੱਥੇ ਤਾਂ ਕੋਈ ਆਟਾ ਮੰਗ ਰਿਹਾ, ਤੇ ਕੋਈ ਕੁਛ ਮੰਗ ਰਿਹਾ, ਕੋਈ ਕੁਛ ਮੰਗ ਰਿਹਾ। ਉਹ ਕਾਹਦੀ ਭਿੱਖਿਆ ਮੰਗਦਾ ਹੈ? ਏਕ ਸ਼ਬਦ। ਉਹ ਪਰਮਾਤਮਾ ਦੇ ਨਾਮ ਦੀ ਭਿੱਖਿਆ ਮੰਗਦੇ ਹਨ। ਆਪਾਂ ਤਾਂ ਪਰਮਾਤਮਾ ਤੋਂ ਚੀਜ਼ਾਂ ਮੰਗਦੇ ਹਾਂ। ਮੰਗਦੇ ਆਪਾਂ ਵੀ ਭਿੱਖਿਆ ਰਹੇ ਹਾਂ, ਪਰ ਚੀਜ਼ਾਂ ਮੰਗਦੇ ਹਾਂ। ਪੁੱਤਰ ਦੇ ਦੇ, ਘਰ ਦੇ ਦੇ, ਆਹ ਦੇ ਦੇ, ਉਹ ਦੇ ਦੇ, ਕਿਉਂਕਿ ਸਾਨੂੰ ਪਤਾ ਨਹੀਂ ਨਾਮ ਦੇ ਵਿੱਚ ਸਾਰਾ ਕੁਛ ਹੈ।
ਸਾਨੂੰ ਗਿਆਨ ਤੇ ਹੋ ਗਿਆ ਕਥਾ ਸੁਣ ਸੁਣ ਕੇ, ਪਰ ਵਿਸ਼ਵਾਸ ਨਹੀਂ ਹੈ ਕਿ ਪਰਮਾਤਮਾ ਦੇ ਨਾਮ ਵਿੱਚ ਹੀ ਸਭ ਕੁਛ ਹੈ। ਤੁਸੀਂ ਨਾਮ ਜਪੀ ਜਾਓ, ਪਰਮਾਤਮਾ ਆਪੇ ਤੁਹਾਨੂੰ ਦੇਵੇਗਾ। ਮੰਗਣ ਦੀ ਕੀ ਲੋੜ ਹੈ? ਉਹਨੂੰ ਕਿਹੜਾ ਪਤਾ ਨਹੀਂ ਇਹਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਉਹਨੂੰ ਪਤਾ ਹੈ। ਤੁਸੀਂ ਕਿਉਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ, ਇਸ ਨੂੰ ਪਤਾ ਹੈ। ਬਾਅਦ ਭਾਵੇਂ ਪੁੱਤਰ ਮੰਗੋ ਚਾਹੇ ਨਾ ਮੰਗੋ, ਪਰ ਮਨ 'ਚ ਹੈ ਵੀ ਪੁੱਤਰ ਹੋਵੇ। ਉਹਨੂੰ ਪਤਾ ਹੈ ਵੀ ਇਹ ਪੁੱਤਰ ਲਈ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਜੇ ਕਰ ਰਹੀ ਹੈ ਇਹ ਪੁੱਤਰ ਲਈ ਪਾਠ ਕਰ ਰਿਹਾ ਹੈ। ਪਤਾ ਉਹਨੂੰ, ਉਹ ਪੁੱਤਰ ਤਾਂ ਦੇਵੇਗਾ ਜਿਹਨੂੰ ਪਤਾ ਲੱਗੇਗਾ ਕਿ ਇਹਦੇ ਲਈ ਲਾਭਦਾਇਕ ਹੈ। ਜਿਹਨੂੰ ਪਤਾ ਲੱਗ ਗਿਆ ਜਿਹੜਾ ਪੁੱਤਰ ਹੋਏਗਾ ਇਹਨਾਂ ਲਈ ਲਾਭਦਾਇਕ ਨਹੀਂ ਹੋਏਗਾ, ਉਹ ਇਹਨਾਂ ਨੂੰ ਭਜਨ ਬੰਦਗੀ ਨਹੀਂ ਕਰਨ ਦੇਗਾ, ਉਹ ਸ਼ਰਾਬੀ ਕਬਾਬੀ ਨਸ਼ਈ ਹੋਵੇਗਾ, ਉਹ ਅਵਾਰਾ ਗਰਦ ਹੋਵੇਗਾ, ਉਹ ਦਿੰਦਾ ਹੀ ਨਹੀਂ ਹੈਗਾ, ਉਹ ਦਿੰਦਾ ਹੀ ਨਹੀਂ। ਤੂੰ ਇਸ ਤਰ੍ਹਾਂ ਰਹਿ। ਸੋ ਪਰਮਾਤਮਾ ਆਪਣੇ ਭਗਤ ਨੂੰ ਕਦੇ ਗਲਤ ਚੀਜ਼ ਦਿੰਦਾ ਹੀ ਨਹੀਂ। ਸਾਨੂੰ ਪਤਾ ਨਹੀਂ ਕਿ ਜੋ ਅਸੀਂ ਮੰਗ ਰਹੇ ਹਾਂ ਬਾਅਦ 'ਚ ਸਾਡੇ ਲਈ ਉਹ ਲਾਭਦਾਇਕ ਹੈ ਕਿ ਨਹੀਂ ਹੈ, ਸਾਨੂੰ ਨਹੀਂ ਪਤਾ, ਪਰ ਪਰਮਾਤਮਾ ਨੂੰ ਪਤਾ ਹੁੰਦਾ। ਇਸ ਲਈ ਕਹਿੰਦੇ ਏਕ ਸ਼ਬਦ ਇੱਕ ਭਿਖਿਆ ਮੰਗ। ਉਹਦੇ ਪਰਮਾਤਮਾ ਦੇ ਨਾਮ ਦੀ ਭਿਖਿਆ ਮੰਗਦਾ, ਉਹਦੇ ਨਾਮ ਦੀ ਖੈਰ ਮੰਗਦਾ। ਪਾਕਿਸਤਾਨ 'ਚ ਖੈਰ ਕਹਿੰਦੇ ਸਨ, ਮੰਗਤ ਨੂੰ ਖੈਰ ਪਾ ਦੇ ਬਈ, ਉਹ ਮੰਗਣ ਆਇਆ ਉਹਨੂੰ ਖੈਰ ਪਾ ਦੇ। ਇਹ ਭਿਕਸ਼ੂ ਜਿਹੜਾ ਸ਼ਬਦ ਬੋਧੀਆਂ ਜੈਨੀਆਂ 'ਚ ਬਣਿਆ, ਉਹ ਭਿਖਿਆ ਕਰ ਨਹੀਂ ਹੈ। ਭਿਕਸ਼ਾ ਮੰਗਣੇ ਵਾਲਾ ਭਿਕਸ਼ੂ, ਭਿਖਿਆ ਮੰਗਦਾ। ਗੁਥਲੀ ਜੀ ਪਾ ਰੱਖੀ, ਮੋਢੇ 'ਤੇ ਲਟਕਾ ਰੱਖੀ, ਕਿਸੇ ਕੋਲ ਆਟਾ ਹੈ ਉਹ ਵੀ ਵਿੱਚ ਹੀ, ਦਾਲ ਹੈ ਉਹ ਵੀ ਵਿੱਚ ਹੀ, ਜੋ ਕੁਛ ਹੈ ਉਹ ਵੀ ਵਿੱਚ ਹੀ, ਸਭ ਕੁਛ। ਸੋ ਜਿਹੜਾ ਅਸਲੀ ਜੋਗੀ ਹੈ ਉਹ ਕੀ ਕਰਦਾ? ਏਕ ਸ਼ਬਦ ਇੱਕ ਭਿਖਿਆ ਮੰਗ। ਉਹ ਇੱਕ ਸ਼ਬਦ ਦੀ ਭਿਖਿਆ ਮੰਗਦਾ ਹੈ, ਹੇ ਪਰਮਾਤਮਾ ਮੈਨੂੰ ਆਪਣੇ ਨਾਮ ਦੀ ਭਿਖਿਆ ਦੇ। ਗਿਆਨ ਧਿਆਨ ਜੁਗਤ ਸੱਚ ਜਗ, ਉਹਦੇ ਅੰਦਰ ਜੋ ਸੱਚ ਹੈ ਉਹ ਜਾਗ ਪੈਂਦਾ। ਉਹ ਜੋ ਜਾਗਦਾ ਨਾ, ਕਿਉਂਕਿ ਪਰਮਾਤਮਾ ਦੇ ਨਾਮ ਨੇ ਜਗਾਉਣਾ ਹੈ। ਦੋ ਪ੍ਰਕਾਰ ਦਾ ਜਾਗਣਾ ਹੁੰਦਾ ਹੈ, ਇੱਕ ਤਾਂ ਉਂਝ ਆਪਾਂ ਦਿਨੇ ਜੋ ਜਾਗਦੇ ਰਹੇ ਹਾਂ ਉਹਦੀ ਧਰਮ 'ਚ ਨਹੀਂ ਮਹਾਨਤਾ। ਜਾਗਣ ਦਾ ਮਤਲਬ ਹੈ ਤੁਹਾਨੂੰ ਹਮੇਸ਼ਾ ਹੀ ਯਾਦ ਰਹੇ ਕਿ ਤੁਹਾਨੂੰ ਮਨੁੱਖਾ ਜੀਵਨ ਕਿਉਂ ਮਿਲਿਆ। ਅਗਰ ਵਿਦਿਆਰਥੀ ਨੂੰ ਹਮੇਸ਼ਾ ਯਾਦ ਰਹੇ ਕਿ ਮੈਂ ਸਕੂਲ ਕਿਉਂ ਆਇਆ, ਤੇ ਗੱਲ ਗੜਬੜ ਹੋ ਹੀ ਨਹੀਂ ਸਕਦੀ। ਕਰਮਚਾਰੀ ਨੂੰ ਪਤਾ ਹੋਵੇ ਕਿ ਮੈਂ ਦਫ਼ਤਰ 'ਚ ਕਿਉਂ ਆਇਆ, ਨਹੀਂ ਪਤਾ, ਇਸ ਲਈ ਲੇਟ ਗਏ, ਪਹਿਲਾਂ ਆ ਗਏ, ਕੰਮ ਨਾ ਕੀਤਾ, ਫਰਲੋ 'ਤੇ ਰਹੇ। ਗਿਆਨ ਹੀ ਮੈਂ ਕਾਹਦੇ ਲਈ ਆਇਆ? ਵਿਦਿਆਰਥੀ ਨੂੰ ਗਿਆਨ ਹੀ ਮੈਂ ਸਕੂਲ ਕਾਹਦੇ ਲਈ ਆਇਆ? ਅਤੇ ਜਿਹਨੂੰ ਗਿਆਨ ਮੈਂ ਪੜ੍ਹਨਾ ਆਇਆ ਤਾਂ ਫਿਰ ਪੜ੍ਹੇਗਾ, ਪੜ੍ਹ ਫਿਰ। ਜੇ ਤੈਨੂੰ ਗਿਆਨ ਤੋਂ ਪੜ੍ਹਨਾ ਪੜ੍ਹ ਫਿਰ ਪੜ੍ਹਦੇ ਕਿਉਂ ਨਹੀਂ ਹੈਗੇ? ਜਦੋਂ ਗਿਆਨ ਹੋ ਜੇ ਇਹਨੂੰ ਜਾਗਣਾ ਕਹਿੰਦੇ ਨੇ। ਮਨੁੱਖਾ ਜੀਵਨ ਵਾਰੀ ਵਾਰੀ ਬਾਣੀ ਸਾਰੇ ਧਾਰਮਿਕ ਗ੍ਰੰਥ ਲਿਖਿਆ ਮਨੁੱਖਾ ਜੀਵਨ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੋਇਆ ਹੈ। ਹਾਂ, ਇਹ ਬਾਣੀ ਅਤੇ ਸਿਮਰਨ ਤਾਂ ਸਾਧਨ ਹੈ। ਬਾਣੀ ਪੜ੍ਹਨਾ ਸਿਮਰਨ ਕਰਨਾ ਇਹ ਸਾਧਨ ਹੈ ਪਰਮਾਤਮਾ ਦੀ ਪ੍ਰਾਪਤੀ ਲਈ। ਸ਼ੁਭ ਕਰਮ ਕਰਨੇ, ਇੱਕ ਬਾਣੀ ਪੜ੍ਹਨਾ, ਦੋ ਸਿਮਰਨ ਕਰਨਾ, ਤਿੰਨ। ਇਹ ਤਿੰਨੋਂ ਕੰਮ ਕਰਦੇ ਕਰਦੇ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਹੁਤੇ ਲੋਕ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਪਰ ਸ਼ੁਭ ਕਰਮ ਨਹੀਂ ਕਰਦੇ। ਨਹੀਂ ਗੱਲ ਬਣਦੀ, ਕੋਈ ਨਹੀਂ ਗੱਲ ਬਣਦੀ। ਤੁਸੀਂ ਅਟੈਚੀ 'ਚ ਕੱਪੜੇ ਰੱਖਦੇ 6 ਮਹੀਨੇ ਪਏ, ਵਿੱਚ ਕੀੜਾ ਲੱਗ ਗਿਆ, ਸਾਰੇ ਕੱਪੜੇ ਖਰਾਬ ਹੋ ਜਾਣਗੇ। ਇਹ ਕੀੜੇ ਨੇ, ਇਹਨਾਂ ਦਾ ਖਿਆਲ ਰੱਖਣਾ। ਤਾਂ ਗੁਰੂ ਮਹਾਰਾਜ ਕਹਿੰਦੇ ਏਕ ਸ਼ਬਦ ਇੱਕ ਭਿਖਿਆ ਮੰਗ, ਗਿਆਨ ਧਿਆਨ ਜੁਗਤ ਸੱਚ ਜਗ। ਜਦੋਂ ਬੰਦਾ ਜਾਗਦਾ ਹੈ ਉਹਨੂੰ ਫਿਰ ਰੱਬੀ ਗਿਆਨ ਹੁੰਦਾ ਹੈ, ਰੱਬ ਨਾਲ ਉਹਦਾ ਧਿਆਨ ਜੁੜਦਾ ਹੈ, ਉਹਨੂੰ ਜੀਵਨ ਦੀ ਜੁਗਤੀ ਆਉਂਦੀ ਹੈ ਵੀ ਜਿਉਣਾ ਕਿਵੇਂ ਹੈ। ਉਹ ਇੱਕ ਪਲ ਵੀ ਵਿਅਰਥ ਨਹੀਂ ਬਣਦਾ, ਕੁਝ ਵੀ ਗਲਤ ਨਹੀਂ ਕਰਦਾ ਹੈਗਾ। ਆਮ 80% ਲੋਕਾਂ ਨੂੰ ਤਾਂ ਇਹੀ ਨਹੀਂ ਪਤਾ ਜੋ ਕਰ ਰਹੇ ਹੋ ਠੀਕ ਹੈ ਕਿ ਗਲਤ, ਇਹੀ ਨਹੀਂ ਪਤਾ। ਅੱਜ ਜਿਹੜੇ ਪਹਿਲਾਂ ਕਿਆ ਕਰਦੇ ਨੇ ਖਾਓ ਪੀਓ ਮੌਜ ਕਰੋ, ਫਿਰ ਇੱਥੇ ਸਤਸੰਗ 'ਚ ਆ ਗਏ, ਫਿਰ ਛੱਡ ਛਡਾ ਗਏ।
ਮੈਂ ਵੀ ਹੁਣ ਕਿਉਂ ਤੁਸੀਂ ਛੱਡ ਗਏ ਹੋ, ਹੁਣ ਨਹੀਂ ਪੀਂਦੇ, ਹੁਣ ਨਹੀਂ ਪੀਂਦੇ। ਕਹਿੰਦੇ ਹੁਣ ਗਿਆਨ ਹੋ ਗਿਆ। ਬਸ ਮੈਂ ਆਹੀ ਗੱਲ, ਸਤ ਸੰਗਤ ਹੁੰਦੀ ਇਸ ਲਈ ਹੈ ਵੀ ਸਾਨੂੰ ਗਿਆਨ ਆ ਜੇ ਕੀ ਠੀਕ ਹੈ ਅਤੇ ਕੀ ਗਲਤ ਹੈ। ਜਦੋਂ ਪਤਾ ਲੱਗ ਗਿਆ ਵੀ ਨਹੀਂ ਇਹ ਨਸ਼ੇ ਨੁਸ਼ੇ ਕਰਨੇ, ਸ਼ਰਾਬਾਂ ਪੀਣੀਆਂ, ਇਹ ਗਲਤ ਗੱਲ ਹੈ, ਛੱਡ ਛੁਡਾ ਕੇ। ਜੇਲ੍ਹ ਦੇ ਵਿੱਚ ਭੱਠੀਆਂ ਲਾ ਲੈਂਦੇ ਆਪਣੇ ਕੁਆਟਰਾਂ 'ਚ, ਜੇਲ੍ਹ ਦੇ ਕੈਦੀਆਂ ਦਾ ਗੁੜ ਲੈ ਆਉਣਾ, ਘਰ ਹੀ ਕੁਆਟਰ 'ਚ ਹੀ ਭੱਠੀ ਬਣਾ ਲੈਣੀ ਹੈ, ਉੱਥੇ ਦੇਸੀ ਕੱਢਣੀ ਹੈ, ਉੱਥੇ ਹੀ ਪੀਣੀ ਹੈ। ਇੱਕ ਬੀਬੀ ਮੈਨੂੰ ਕਹਿੰਦੇ ਬਾਬਾ ਜੀ, ਉਹਦੇ ਬਾਅਦ ਤਾਂ ਚਲੋ ਉਹਦਾ ਘਰਵਾਲਾ ਸਤਸੰਗੀ ਹੋ ਗਿਆ, ਅੰਮ੍ਰਿਤ ਛਕ ਲਿਆ, ਬਾਣੀ ਪੜ੍ਹਨ ਲੱਗ ਗਿਆ, ਰੌਲਾ ਲਾਉਣ ਲੱਗ ਗਿਆ, ਸਭ ਕੁਛ ਹੋ ਗਿਆ। ਅਤੇ ਉਹ ਕਹਿੰਦੇ ਸੀ ਬਾਬਾ ਜੀ ਮੈਂ ਸੋਚਦੀ ਹੁੰਦੀ ਸੀ ਕਿ ਕਦੇ ਸਾਡਾ ਵੀ ਘਰ ਹੋਵੇਗਾ ਵੀ ਜੋ ਇਹਨਾਂ ਦੇ ਲੱਛਣ ਨੇ ਮੇਰੇ ਹਸਬੈਂਡ ਦੇ, ਘਰ 'ਤੇ ਪੈ ਹੀ ਨਹੀਂ ਸਕਦਾ ਸਾਰੀ ਉਮਰ। ਕਿ ਮੈਂ ਸੋਚਦੀ ਕਦੇ ਸਾਡਾ ਵੀ ਘਰ ਹੋਵੇਗਾ। ਕਹਿੰਦਾ ਤਾਂ ਤੁਹਾਡੀ ਕਿਰਪਾ ਹੋ ਗਈ, ਤੁਸੀਂ ਜੇਲ੍ਹ 'ਚ ਆਉਣਾ ਸ਼ੁਰੂ ਕਰਤਾ, ਪੁਲਿਸ ਲਾਈਨ 'ਚ ਆਉਣਾ ਸ਼ੁਰੂ ਕਰਤਾ, ਉੱਥੇ ਤੁਸੀਂ ਸੰਥਿਆ ਦੇਣੀ ਸ਼ੁਰੂ ਕਰਤੀ, ਇੱਥੇ ਪ੍ਰੋਗਰਾਮ ਕਰਨੇ ਸ਼ੁਰੂ ਕਰਤੇ, ਹੌਲੀ 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 ਕਰਦੇ। ਕਹਿੰਦੇ ਫਿਰ ਜਿੰਨਿਆਂ ਨੇ ਪਾਠ ਸਿੱਖਿਆ ਸੀ ਤੁਹਾਡੇ ਤੋਂ, ਜਿੰਨਿਆਂ ਨੇ ਅੰਮ੍ਰਿਤ ਛਕਿਆ ਸੀ, ਅੱਜ ਸਾਰਿਆਂ ਨੇ ਕੋਠੀਆਂ ਪਾ ਲਈਆਂ, ਸਾਰਿਆਂ ਨੇ ਕੋਠੀਆਂ ਪਾ ਲਈਆਂ। ਅਤੇ ਜਿਹੜੇ ਪਾਠ ਨਹੀਂ ਸੀ ਸਿੱਖੇ ਅਜੇ ਵੀ ਉਹ ਟੁੱਟੇ ਜਿਹੇ ਕੁਆਟਰਾਂ 'ਚ ਉੱਥੇ ਫਿਰੀ ਜਾਂਦੇ, ਉਹਨੇ ਕੋਠੀ ਹੋਈ ਨਹੀਂ ਪਾਈ ਹੈਗੀ। ਕਿਰਪਾ ਹੁੰਦੀ ਫਿਰ ਗੁਰੂ ਮਹਾਰਾਜ ਦੀ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸਤਸੰਗ ਕਰਦੇ ਹਾਂ, ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਭੈ ਰਚ ਰਹਿ ਨਾ ਬਾਹਰ ਜਾਏ, ਭੈ ਰੱਬ ਦੇ ਭੈ 'ਚ ਰਹਿੰਦਾ। ਜਿਹੜਾ ਅਸਲੀ ਯੋਗੀ ਹੁੰਦਾ ਉਹ ਪਰਮਾਤਮਾ ਦੇ ਭੈ 'ਚ ਰਹਿੰਦਾ, ਨਾ ਬਾਹਰ ਜਾਏ। ਉਹ ਬਾਹਰ ਨਹੀਂ ਜਾਂਦਾ, ਬਾਹਰ ਜੇ ਵੀ ਘਰੋਂ ਬਾਹਰ ਨਹੀਂ ਜਾਂਦਾ, ਇਹ ਭਾਵ ਨਹੀਂ ਹੈ। ਉਹ ਹਮੇਸ਼ਾ ਦੇ ਭੈ 'ਚ ਰਹਿੰਦਾ ਹੈ, ਰੱਬ ਦੇ ਭੈ 'ਚ ਰਹਿੰਦਾ ਹੈ। ਉਹਦੇ ਭੈ ਤੋਂ ਬਾਹਰ ਨਹੀਂ ਜਾਂਦਾ, ਉਹ ਰੱਬ ਤੋਂ ਡਰ ਕੇ ਰਹਿੰਦਾ ਹੈ। ਕੀਮਤ ਕੌਣ ਰਹਿ ਲਿਵ ਲਾ ਕੋ, ਫਿਰ ਪਰਮਾਤਮਾ ਹਮੇਸ਼ਾ ਲਿਵ ਲਾ ਕੇ ਰੱਖਦਾ ਹੈ। ਇਸ ਲਈ ਉਹਦੀ ਕੌਣ ਕੀਮਤ ਪਾ ਸਕਦਾ? ਜਿਹਦੀ ਪਰਮਾਤਮਾ ਲਿਵ ਲੱਗੀ ਹੁੰਦੀ ਹੈ ਉਹ ਤਾਂ ਕੀਮਤ ਹੀ ਨਹੀਂ ਕੋਈ ਪਾ ਸਕਦਾ, ਇੰਨੀ ਉੱਚੀ ਅਵਸਥਾ ਉਹਦੀ ਹੋ ਜਾਂਦੀ ਹੈ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਪਰਮਾਤਮਾ ਕੀ ਕਰਦਾ? ਗੁਰੂ ਰਾਹੀਂ, ਗੁਰੂ ਦੇ ਰਾਹੀਂ ਪਰਮਾਤਮਾ ਆਪਣੇ ਨਾਲ ਮਿਲਾਉਂਦਾ ਹੈ, ਉਹਦੇ ਅੰਦਰ ਭਰਮ ਖਤਮ ਕਰਦਾ ਹੈ। ਭਰਮ ਕੀ ਹੈ? ਬੰਦੇ ਤੋਂ ਫੈਸਲਾ ਨਹੀਂ ਹੁੰਦਾ। ਭਰਮ ਉਹ ਹੈ ਦਿਸੇ ਹੋਰ ਤਰ੍ਹਾਂ, ਹੋਵੇ ਹੋਰ ਤਰ੍ਹਾਂ, ਉਹ ਭਰਮ 'ਚ ਹੈ। ਗਰਮੀਆਂ ਦੇ ਮੌਸਮ ਵਿੱਚ ਤੁਸੀਂ ਬੱਸ 'ਚ ਬੈਠੇ ਹੋਏ ਹੋ, ਲੋਕਾਂ ਲਈ ਸੜਕ ਹੈ, ਪੂਰੀ ਗਰਮੀ ਪੈ ਰਹੀ, ਧੁੱਪ ਪੈ ਰਹੀ ਹੈ, ਅੱਧੇ ਕਿਲੋਮੀਟਰ ਦੇ ਬੱਸ 'ਚ ਬੈਠੇ ਤਾਂ ਲੱਗੂਗਾ ਅੱਗੇ ਪਾਣੀ ਹੈ ਸੜਕ 'ਤੇ। ਉੱਥੇ ਬੱਸ ਜਾਏਗਾ, ਉੱਥੇ ਕੋਈ ਪਾਣੀ ਨਹੀਂ, ਅੱਗੇ ਪਾਣੀ ਲੱਗੇਗਾ। ਹਿਰਨ ਨੂੰ ਵੀ ਇਸ ਤਰ੍ਹਾਂ ਲੱਗਦਾ, ਮਾਰੂਥਲ ਦੇ ਵਿੱਚ ਫਿਰਦਾ ਹੈ, ਗਰਮੀ ਦੇ ਵਿੱਚ ਧਰਤੀ ਭਾਫ ਛੱਡਦੀ ਹੈ, ਉਹ ਜੋ ਭਾਫ ਉੱਪਰ ਨੂੰ ਜਾਂਦੀ ਉਹਨੂੰ ਐਂ ਲੱਗਦਾ ਇੱਥੇ ਪਾਣੀ ਹੈ, ਭਰਮ ਹੈ। ਉੱਥੇ ਜਾਂਦਾ ਪਾਣੀ ਹੈ ਨਹੀਂ, ਪਾਣੀ ਹੈ ਨਹੀਂ, ਪਰ ਪਾਣੀ ਲੱਗ ਰਿਹਾ, ਬਸ ਆਹੀ ਭਰਮ ਹੈ, ਇਹੀ ਭਰਮ। ਰੱਬ ਹੈ ਪਰ ਕਹਿੰਦਾ ਨਾ, ਕੋਈ ਰੱਬ ਰੂਬਰ ਨਹੀਂ ਹੈ, ਭਰਮ ਹੈ, ਭਰਮ। ਭਰਮ ਹੀ ਖਤਮ ਹੋ ਜਾਂਦਾ ਅੰਦਰੋਂ। ਜਦੋਂ ਪਰਮਾਤਮਾ ਫਿਰ ਜੀਵ ਦੇ ਅੰਦਰ ਭਰਮ ਖਤਮ ਕਰਦਾ, ਆਪਣੇ ਨਾਲ ਮਿਲਾ ਲੈਂਦਾ। ਗੁਰ ਪ੍ਰਸਾਦ ਪਰਮ ਪਦ ਪਾਏ। ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚੀ ਪਦਵੀ, ਆਤਮਿਕ ਅਵਸਥਾ ਦੀ ਸਭ ਤੋਂ ਉੱਚੀ ਪਦਵੀ ਉਹ ਪ੍ਰਾਪਤ ਕਰ ਲੈਂਦਾ। ਸਭ ਤੋਂ ਉੱਚੀ ਪਦਵੀ ਹੈ ਬ੍ਰਹਮ ਗਿਆਨ। ਫਿਰ ਗੁਰੂ ਦੀ ਕਿਰਪਾ ਨਾਲ ਉਹਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ, ਉਹਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਉਹ ਗੁਰੂ ਦੀ ਸੇਵਾ ਕਰਦਾ ਹੈ, ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ ਕਰਦਾ ਹੈ, ਬਾਣੀ ਪੜ੍ਹਦਾ, ਸਿਮਰਨ ਕਰਦਾ ਹੈ, ਗੁਰੂ ਦੀ ਸੇਵਾ ਕਰਦਾ ਹੈ। ਹਉਮੈ ਮਾਰੇ, ਆਪਣੇ ਅੰਦਰ ਹੰਕਾਰ ਖਤਮ ਕਰ ਲੈਂਦਾ। ਕਰਨੀ ਸਾਰ, ਇਹੀ ਇਹਦਾ ਸ੍ਰੇਸ਼ਟ ਕਰਨੀ, ਇਹੀ ਇਹਦਾ ਉੱਤਮ ਕੰਮ ਹੈ।
ਕਿ ਉਹ ਗੁਰੂ ਦੀ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਆਪਣੇ ਅੰਦਰ ਹਉਮੈ ਮਾਰ ਲੈਂਦਾ ਹੈ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪਰੰਪਰ ਮਾਨ। ਅਪਰੰਪਰ ਪਰਮਾਤਮਾ ਨੂੰ ਕਹਿੰਦੇ ਨੇ। ਜਿਹੜਾ ਪਰਮਾਤਮਾ ਨੂੰ ਮੰਨ ਲੈਂਦਾ ਹੈ, ਵਾਕਿਆ ਹੀ ਪਰਮਾਤਮਾ ਹੈ। ਕੋਈ ਤਾਂ ਕਹਿੰਦਾ ਪਰਮਾਤਮਾ ਹੈ ਹੀ ਨਹੀਂ, ਹੁਣ ਤਾਂ ਗੱਲ ਹੀ ਨਿਬੇੜਦੀ। ਦੂਜਾ ਕਹਿੰਦਾ ਸ਼ਾਇਦ ਹੈ ਹੋਵੇ। ਤੀਜਾ ਕਹਿੰਦਾ ਪਰਮਾਤਮਾ ਹੈ, ਪਰ ਅਜੇ ਵੀ ਇਹਦਾ ਮਨ ਡੋਲਦੇ ਇਸ ਤਰ੍ਹਾਂ ਕਹਿੰਦੇ। ਚੌਥੇ ਨੂੰ ਵਿਸ਼ਵਾਸ ਹੈ ਕਿ ਹਾਂ ਪਰਮਾਤਮਾ ਹੈ। ਇਹ ਹੈ ਪਰਮਾਤਮਾ ਨੂੰ ਮੰਨ ਲੈਣਾ। ਜਿਹੜਾ ਪਰਮਾਤਮਾ ਨੂੰ ਮੰਨ ਲੈਂਦਾ ਹੈ ਕਿ ਵਾਕਈ ਪਰਮਾਤਮਾ ਹੈ ਅਤੇ ਸਭ ਉਹਦੇ ਹੁਕਮ ਵਿੱਚ ਹੈ, ਉਹਦਾ ਹੁਕਮ ਹੀ ਚੱਲ ਰਿਹਾ ਹੈ। ਇਹ ਜਪ ਤਪ ਸੰਜਮ ਅਤੇ ਪੁਰਾਣ ਦਾ ਪਾਠ ਸਮਝੋ ਉਹਨੇ ਕਰ ਲਿਆ ਹੈ। ਬਸ ਉਹਨੂੰ ਕੋਈ ਜਪ ਕਰਨ ਦੀ ਲੋੜ ਨਹੀਂ, ਉਹਨੂੰ ਤਪ ਕਰਨ ਦੀ ਲੋੜ ਨਹੀਂ, ਉਹਨੂੰ ਸੰਜਮ ਗ੍ਰਹਿਣ ਕਰਨ ਦੀ ਲੋੜ ਨਹੀਂ, ਉਹਨੂੰ ਪੁਰਾਣ ਦੇ ਪਾਠ ਦੀ ਲੋੜ ਨਹੀਂ, ਕਿਉਂਕਿ ਉਹਨੇ ਮੰਨ ਲਿਆ ਹੈ। ਮੰਨ ਲਿਆ ਜੋ ਧਰਮ ਗ੍ਰੰਥ ਕਹਿੰਦੇ, ਉਸਨੇ ਤਾਂ ਉਸਨੂੰ ਮੰਨ ਲਿਆ ਹੈ। ਇਸ ਲਈ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੀ ਹੋਂਦ ਨੂੰ ਮੰਨ ਲੈਂਦਾ ਹੈ, ਸਮਝੋ ਨੇ ਜਪ ਕਰ ਲਏ, ਤਪ ਕਰ ਲਏ, ਸੰਜਮ ਕਰ ਲਏ, ਪੁਰਾਣਾਂ ਦੇ ਪਾਠ ਕਰ ਲਏ, ਸਭ ਕੁਛ ਇਸ ਵਿੱਚ ਆ ਗਿਆ ਹੈ। ਜਪ ਤਪ ਸੰਜਮ ਪਾਠ ਪੁਰਾਣ, ਜਪ ਤਪ ਸੰਜਮ ਪਾਠ ਪੁਰਾਣ, ਤਪ ਸੰਜਮ ਪਾਠ ਪੁਰਾਣ, ਜਪ ਤਪ ਸੰਜਮ ਪਾਠ ਪੁਰਾਣ। ਕਹੋ ਨਾਨਕ ਅਪਰੰਪਰ ਮਾਨ, ਕਹੋ ਨਾਨਕ ਅਪਰੰਪਰ ਮਾਨ, ਨਾਨਕ ਅਪਰੰਪਰ ਮਾਨ, ਕਹੋ ਨਾਨਕ ਅਪਰੰਪਰ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।